ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਿੱਖ ਸੰਗਤ ਲਵਪੁਰੀ ਕੇ ਸਕਲ ਦਰਸ ਕੋ ਆਏ। ਵਹਿਰ ਦੂਰ ਕੇ ਸੁਣਤ ਇਤ ਆਨ ਭਏ ਸਮੁਦਾਏ। ਸਿੱਖ ਸੰਗਤ ਲਵਪੁਰੀ ਕੇ ਸਕਲ ਦਰਸ ਕੋ ਆਏ। ਵਹਿਰ ਦੂਰ ਕੇ ਸੁਨਤ ਇਤ ਆਨ ਭਏ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਮਿਹਰਾਮਤਾਂ ਦੇ ਸਾਗਰ ਹਾਜ਼ਰਾ ਹਜੂਰ ਜਹਰਾ ਜਹੂਰ।
ਦੀਨਾ ਬੰਧੂ ਪਤਿਤ ਪਾਵਨ, ਧੰਨ ਧੰਨ ਸਾਹਿਬ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਕੇ ਪੁੰਜ, ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਆਪਾਂ ਕੱਲ੍ਹ ਦੇ ਦਿਨ ਮਨਾਏ ਹਨ। ਐਸੇ ਦਇਆਨਿਧ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਜੀਵਨ ਅੰਮ੍ਰਿਤ ਰੂਪ ਗਾਥਾ ਲੰਮੇ ਸਮੇਂ ਤੋਂ ਆਪ ਜੀ ਸ਼ਰਵਣ ਕਰਦਿਆਂ ਹੋਇਆਂ ਆਪਣੇ ਸਵਾਸਾਂ ਨੂੰ, ਸਮੇਂ ਨੂੰ ਸਫਲ ਬਣਾ ਰਹੇ ਹੋ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਸੁਣਿਆ ਵਿਚਾਰਿਆ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਆਪਣੀ ਸ਼ਹਾਦਤ ਦੇਣ ਲਈ ਲਾਹੌਰ ਰਵਾਨਾ ਹੋਏ। ਇੱਕ ਸਿੱਖ ਨੂੰ ਗੋਇੰਦਵਾਲ ਸਾਹਿਬ ਭੇਜ ਦਿੱਤਾ ਕਿ ਸਾਡੇ ਨਾਨਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੋਤਰੇ ਅਰਥਮਲ ਜੀ, ਉਹਨਾਂ ਨੂੰ ਕਹਿ ਦਿਓ ਜਾ ਕੇ ਕਿ ਸਾਨੂੰ ਲਾਹੌਰ ਭਾਈ ਸੱਧੂ ਜੀ ਦੇ ਘਰ ਵਿੱਚ ਆਣ ਮਿਲਣ। ਇਸ ਤਰ੍ਹਾਂ ਦੇ ਬਚਨ ਕਹਿ ਕੇ ਪਾਤਸ਼ਾਹ 5 ਸਿੱਖਾਂ ਨੂੰ ਨਾਲ ਲੈ ਕਰ ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾ ਜੀ, ਬਾਬਾ ਬਿਧੀ ਚੰਦ ਜੀ ਵਰਗੇ ਇਹਨਾਂ ਮਹਾਨ ਗੁਰਮੁਖਾਂ ਨੂੰ ਨਾਲ ਲੈ ਕਰਕੇ ਲਾਹੌਰ ਨੂੰ ਤੁਰ ਪਏ। ਇੱਧਰ ਇੱਕ ਭਾਈ ਸੱਧੂ ਨਾਮ ਦਾ ਸਿੱਖ ਲੰਮੇ ਸਮੇਂ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨਾਂ ਦੀ ਪਿਆਸ ਇਹਦੇ ਵਿੱਚ ਰੱਖਦਾ ਹੈ। ਸਦਾ 2 ਵੇਲੇ ਅਰਦਾਸ ਇਹੀ ਕਰਦਾ ਕਿ ਪਾਤਸ਼ਾਹ ਆਪ ਕਿਤੇ ਮਿਹਰਾਮਤ ਕਰੋ ਤੇ ਇਸ ਗਰੀਬ ਸਿੱਖ ਦੇ ਘਰ ਵਿੱਚ ਚਰਨ ਪਾ ਕੇ ਕੀ ਤੋ ਪਵਨ ਪੁਨੀਤ ਦੀਆਂ ਦਾਤਾਂ ਬਖਸ਼ਿਸ਼ ਕਰੋ। ਅੱਜ ਉਹ ਦਿਨ ਆਇਆ। ਵੱਡੇ ਵੱਡੇ ਘਰਾਣਿਆਂ ਨੂੰ ਖਾਲਸਾ ਜੀ, ਭਾਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੀ ਸਰਾਏ ਧਰਮਸ਼ਾਲਾ ਵੀ ਲਾਹੌਰ ਵਿੱਚ ਹੈ ਸੀ। ਬੜੇ ਸਿੱਖ ਸਨ ਲਾਹੌਰ ਦੇ ਵਿੱਚ, ਪਰ ਸਾਰਿਆਂ ਨੂੰ ਛੱਡ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਕੁੱਲੀ ਵਾਲੇ ਗਰੀਬ ਸਿੱਖ ਭਾਈ ਸੱਧੂ ਜੀਆਂ ਦੇ ਘਰ ਵਿੱਚ ਜਾ ਪਹੁੰਚੇ, ਚਰਨ ਪਾਏ। ਭਾਈ ਸੱਧੂ ਜੀਆਂ ਹਜ਼ੂਰ ਨੂੰ ਆਇਆਂ ਵੇਖ ਕੇ ਬੜਾ ਚਾਅ ਉਤਸ਼ਾਹ ਕੀਤਾ। ਖੁਸ਼ੀ ਦੀ ਹੱਦ ਨਾ ਰਹੀ। ਕੀੜੀ ਦੇ ਕਾਰਨ ਰਹਿਣ ਆ ਗਏ। ਸੱਚੇ ਪਾਤਸ਼ਾਹ ਬੜੇ ਸਮੇਂ ਤੋਂ ਉਡੀਕਾਂ ਸਨ, ਆਪ ਜੀਆਂ ਬੜੀ ਦਇਆ ਕੀਤੀ। ਇਸ ਗਰੀਬ ਸਿੱਖ ਦੇ ਘਰ ਵਿੱਚ ਚਰਨ ਪਾਏ। ਆਪਣੇ ਹੱਥੀਂ ਖਾਲਸਾ ਜੀ ਪ੍ਰਸ਼ਾਦਾ ਤਿਆਰ ਕਰ ਕਰਕੇ ਭਾਈ ਸੱਧੂ ਤੇ ਇਹਦੀ ਪਤਨੀ ਛਕਾਉਂਦੇ ਹੈ। ਇੱਕ ਰਾਤ ਸੱਚੇ ਪਾਤਸ਼ਾਹ ਜੀ ਇੱਥੇ ਰਹੇ। ਬਾਬਾ ਅਰਥਮਲ ਜੀ ਇੱਥੇ ਹੀ ਆ ਕੇ ਸਤਿਗੁਰਾਂ ਨੂੰ ਮਿਲੇ ਸਨ। ਬਾਬਾ ਅਰਥਮਲ ਜੀ ਨੂੰ ਹਜ਼ੂਰ ਨੇ ਦੱਸਿਆ ਵੀ ਅਸੀਂ ਲਾਹੌਰ ਸ਼ਹੀਦੀ ਦੇਣ ਵਾਸਤੇ ਆਏ ਹਾਂ, ਔਰ ਸੰਸਾਰ ਦੇ ਵਿੱਚ ਜੋ ਜਰਵਾਣੇ ਕਹਾਉਂਦੇ ਹਕੂਮਤਾਂ ਦੇ ਮਾਲਕ ਹਨ, ਜੋ
ਮਜ਼ਲੂਮਾਂ ਦੇ ਨਾਲ ਜ਼ਬਰ ਜ਼ੁਲਮ ਧੱਕਾ ਕਰ ਰਹੇ ਹੈ। ਇਹੋ ਜਿਹੇ ਪਾਪ ਰਾਜ ਦੀ ਜੜ ਅਸੀਂ ਪੁੱਟਣੀ ਹੈ, ਕਿਉਂਕਿ ਪਹਿਲੇ ਜਾਮੇ ਵਿੱਚ ਅਸਾਂ ਨੇ ਇਹਨਾਂ ਨੂੰ ਰਾਜ ਭਾਗ ਦਿੱਤੇ ਤੇ ਆਖਿਆ ਸੀ ਵੀ ਜਦੋਂ ਤੁਹਾਡੇ ਘਰ ਤੋਂ ਨਿਆਂ ਖੁੱਸ ਜਾਵੇਗਾ ਉਦੋਂ ਅਸੀਂ ਰਾਜ ਭਾਗ ਲੈ ਲਵਾਂਗੇ। ਇਸ ਲਈ ਬਾਬਾ ਅਰਥਮਲ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਉਹ ਬਚਨ ਪੂਰੇ ਕਰਨ ਦਾ ਸਮਾਂ ਆ ਗਿਆ ਹੈ। ਅਸੀਂ ਇਹਨਾਂ ਦੇ ਪਾਪ ਸਿਰ ਚੜ੍ਹ ਕਰਕੇ ਆਪਣੀ ਸ਼ਹੀਦੀ ਦੇਵਾਂਗੇ। ਇਸ ਤੋਂ ਪਿੱਛੋਂ ਸਿੱਖਾਂ ਦੇ ਘਰ ਵਿੱਚ, ਗੁਰੂ ਘਰ ਵਿੱਚ ਮਾਲਾ ਦੇ ਨਾਲ ਨਾਲ ਸ਼ਸਤਰ ਪ੍ਰਵੇਸ਼ ਕਰਨਗੇ। ਸਿੱਖ ਜਿਹੜੇ ਹੈ ਉਹ ਰਾਜ ਭਾਗ ਦੇ ਮਾਲਕ ਬਣਨਗੇ। ਇਸ ਤਰ੍ਹਾਂ ਦੇ ਬਚਨ ਬਾਬਾ ਅਰਥਮਲ ਜੀ ਨੂੰ ਹਜ਼ੂਰ ਨੇ ਆਖੇ। ਹੱਥ ਜੋੜ ਕੇ ਬਾਬਾ ਅਰਥਮਲ ਜੀ ਕਹਿੰਦੇ, ਪਾਤਸ਼ਾਹ ਮਹਾਰਾਜ ਤੁਹਾਡੀ ਥਾਵੇਂ ਮੈਂ ਸ਼ਹੀਦੀ ਦੇ ਦੇਵਾਂ, ਮੇਰਾ ਇਹ ਸਰੀਰ ਨਾ ਰਹੇ ਸੱਚੇ ਪਾਤਸ਼ਾਹ, ਕਿਉਂਕਿ ਤੁਹਾਡੇ ਦਰਸ਼ਨਾਂ ਦੀ ਸਾਨੂੰ ਬੜੀ ਲੋੜ ਹੈ। ਇਸ ਤਰ੍ਹਾਂ ਬੇਨਤੀਆਂ ਕੀਤੀਆਂ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕੀਤੇ ਹੈ, ਮਮ ਕਾਇਆ ਹੈ ਆਪ ਅਗਾਰੀ, ਤਜ ਕਰ ਦਿਓ ਜਰ ਤੁਰਕ ਉਖਾਰੀ। ਇਸ ਤਰ੍ਹਾਂ ਦੇ ਬਚਨ ਕੀਤੇ ਹੈ। ਤੋ ਬਾਬਾ ਅਰਥਮਲ ਜੀ ਦੇ ਬਚਨ ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਖਿਆ ਕਿ ਨਹੀਂ ਬਾਬਾ ਅਰਥਮਲ ਜੀ, ਜੇ ਤੁਹਾਡਾ ਸਾਡੇ ਨਾਲ ਇੰਨਾ ਪ੍ਰੇਮ ਹੈ ਤੇ ਥੋੜ੍ਹਾ ਹੀ ਸਮਾਂ ਹੈ, ਕੁਝ ਕੁ ਦਿਨਾਂ ਬਾਅਦ ਤੁਸੀਂ ਵੀ ਸਾਡੇ ਵਿੱਚ ਹੀ ਅਭੇਦ ਹੋ ਜਾਣਾ ਹੈ। ਕੁਝ ਸਮੇਂ ਵਾਸਤੇ ਆਪਣਾ ਸਰੀਰ ਤੁਸੀਂ ਰੱਖ ਲਓ। ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਅਰਥਮਲ ਜੀ ਨਾਲ ਬਚਨ ਹੋਏ। ਲਾਹੌਰ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਾਈ ਸੱਧੂ ਜੀ ਦੇ ਘਰ ਠਹਿਰੇ ਹੋਏ ਹਨ। ਸੰਗਤਾਂ ਬੜਾ ਚਾਅ ਉਤਸ਼ਾਹ ਪ੍ਰੇਮ ਮਨਾਇਆ। ਰਸਤਾ ਭੇਟਾਵਾਂ ਤਿਲ ਫੁੱਲ ਮਾਇਆ ਲੈ ਲੈ ਕੇ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚ ਰਹੀਆਂ ਹਨ। ਸਾਰੀ ਰਾਤ ਭਾਈ ਸੱਧੂ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਚਰਨ ਘੁੱਟਦੇ ਰਹੇ। ਭਾਈ ਸੱਧੂ ਜੀਆਂ ਦੀ ਪਤਨੀ ਸਾਰੀ ਰਾਤ ਹਜ਼ੂਰ ਨੂੰ ਪੱਖਾ ਚੱਲਦੀ ਰਹੀ। ਬੇਅੰਤ ਚਾਅ ਸੱਚੇ ਪਾਤਸ਼ਾਹ ਦੇ ਆਇਆਂ ਦਾ ਮਨਾਇਆ ਗਿਆ। ਕੰਧਾਂ 'ਤੇ ਦੀਪਮਾਲਾ ਕੀਤੀ ਕਿ ਸਾਡੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਆਏ ਹਨ। ਇਸ ਤਰ੍ਹਾਂ ਦਾ ਪ੍ਰਸੰਗ ਖਾਲਸਾ ਜੀ ਆਪਾਂ ਕੱਲ੍ਹ ਸ਼ਰਵਣ ਕੀਤਾ ਹੈ। ਅੱਗੇ ਜਿਵੇਂ ਬਾਦਸ਼ਾਹ ਜਹਾਂਗੀਰ ਤੇ ਚੰਦੂ ਨੂੰ ਪਤਾ ਲੱਗਦਾ ਹਜ਼ੂਰ ਦੇ ਲਾਹੌਰ ਆਉਣ ਦਾ, ਜਿਵੇਂ ਸਤਿਗੁਰਾਂ ਨੂੰ ਚੰਦੂ ਇਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਕਰਵਾਉਂਦਾ ਹੈ, ਉਸ ਤੋਂ ਬਾਅਦ ਆਪਣੀ ਹਵੇਲੀ ਲੈ ਕੇ ਜਾਂਦਾ ਹੈ। ਉਹ ਪ੍ਰਸੰਗ ਆ ਜਾ ਰਹੇ ਆ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਈਏ। ਰਸਨਾ ਕਰੋ ਪਵਿੱਤਰ ਜੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਲਵਪੁਰੀ ਕੇ। ਤੋ ਇਸ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਲਾਹੌਰ ਵਾਲੀਆਂ ਹਨ, ਸਕਲ ਦਰਸ਼ਕੋ ਆਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਲਾਹੌਰ ਦੀਆਂ ਸੰਗਤਾਂ ਜਿਵੇਂ ਜਿਵੇਂ ਪਤਾ ਲੱਗਦਾ ਹੈ ਸੱਚੇ ਪਾਤਸ਼ਾਹ ਜੀ ਭਾਈ ਸੱਧੂ ਜੀ ਦੇ ਘਰ ਠਹਿਰੇ ਹੈ, ਸਾਰੇ ਸਿੱਖ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਹਨ। ਵਹਿਰ ਦੂਰ ਕੇ ਸੁਣਤ ਇਤ। ਚਾਹੇ ਲਾਹੌਰ ਵਾਲੇ ਹੈ ਤੇ ਚਾਹੇ ਲਾਗੇ ਪਿੰਡਾਂ ਦੇ, ਦੂਰ ਨੇੜੇ ਦੀ ਜਿੰਨੀ ਵੀ ਸੰਗਤ ਸੁਣਦੀ ਹੈ, ਆਣ ਭਏ ਸਮੁਦਾਏ। ਭੇਟਾਵਾਂ ਲੈ ਲੈ ਕੇ ਉਹੀ ਸੰਗਤਾਂ ਸਤਿਗੁਰਾਂ ਦੇ ਘਰ ਜਾਂ ਭਾਈ ਸੱਧੂ ਦੇ ਘਰ ਸਤਿਗੁਰੂ ਪਾਤਸ਼ਾਹ ਦੇ ਚਰਨੀ ਪਹੁੰਚ ਰਹੀਆਂ ਨੇ। ਸਵਈਆ ਛੰਦ ਆਨ ਉਪਾਇਨ ਅਰਪੈ ਦਰਸੈ। ਆਉਂਦੀਆਂ ਸੰਗਤਾਂ ਹਜ਼ੂਰ ਦੇ ਚਰਨਾਂ ਵਿੱਚ
ਲਿਆਨ ਲਿਆਨ ਦਰਸ਼ਨਾਂ ਦੀ ਭੇਟਾ ਮਾਇਆ ਤਿਲ ਫੁੱਲ ਰਸਤਾਂ ਭੇਟ ਕਰਦੀਆਂ ਹਜ਼ੂਰ ਦੇ ਦਰਸ਼ਨ ਕਰਦੀਆਂ ਹਨ। ਵੱਡੇ ਭਾਗ ਸੁਨ ਸੁਨ ਉਪਦੇਸ਼। ਕਵੀ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਆ ਗੁਰਮੁਖ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦਾ ਉਪਦੇਸ਼ ਭਾਈ ਸੱਧੂ ਜੀ ਦੇ ਘਰ ਬੈਠਿਆਂ ਆਪਣੇ ਕੰਨਾਂ ਰਾਹੀਂ ਸੁਣ ਰਹੇ ਹਨ। ਸਤ ਨਾਮ ਕੀ ਔਰ ਲੇਵ ਲਾਗੈ ਹੈ। ਜਿਹੜਾ ਵੀ ਪਾਤਸ਼ਾਹ ਦੇ ਮੂੰਹੋਂ ਸਿੱਖਿਆ ਸੁਣਦਾ ਹੈ, ਸੁਣ ਸੁਣ ਕੇ ਉਪਦੇਸ਼ ਸਿੱਖਿਆ ਗੁਰਬਾਣੀ ਨੂੰ, ਤੇ ਉਹਨਾਂ ਪਾਪੀਆਂ ਪਾਮਰਾਂ ਦੇ ਮਨ ਵਿੱਚ ਵੀ ਵਾਹਿਗੁਰੂ 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 ਦੀ ਲਿਵ ਲੱਗ ਆਈ ਹੈ। ਜਨਮ ਜਨਮ ਕੇ ਕਟਲੇਸ਼। ਪਾਤਸ਼ਾਹ ਦਾ ਹੁਕਮ ਸੁਣ ਸੁਣ ਕੇ ਸਿੱਖਾਂ ਨੇ ਜਨਮਾਂ ਜਨਮਾਂਤਰਾਂ ਦੇ ਕਲੇਸ਼ ਜਿਹੜੇ 5 ਪ੍ਰਕਾਰ ਦੇ ਰਾਗ ਦਵੈਖ ਅਭਿਨਿਵੇਸ਼ ਅਵਿਦਿਆ ਸਮਤਾ ਇਹ ਸਾਰੇ ਕਲੇਸ਼ ਜਿਹੜੇ ਕੱਟ ਲਏ ਹਨ। ਸੁਖ ਅਤੋਲ ਕੋ ਪਾਏ ਨਾ ਡੋਲਾ ਹੈ। ਤੇ ਅਤੋਲ ਸੁਖ ਦੀ ਪ੍ਰਾਪਤੀ ਹੋ ਰਹੀ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲਾ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਸੰਗਤਾਂ ਦੇ ਮਨ ਅਡੋਲ ਹੋ ਰਹੇ ਹੈ, ਮਨ ਟਿਕ ਰਹੇ ਹਨ ਤੇ ਮਨ ਦੀ ਇਕਾਗਰਤਾ ਦਾ ਨਾਮ ਹੀ ਖਾਲਸਾ ਜੀ ਅਸਲ ਸੁਖ ਹੈ। ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਨੀ ਹੈ। ਮਨ ਦੀ ਇਕਾਗਰਤਾ ਹੀ ਅਸਲ ਸੁਖ ਹੈ। ਅਸਲ ਸੁਖ ਦੀ ਪ੍ਰਾਪਤੀ ਸਤਿਗੁਰਾਂ ਦੇ ਉਪਦੇਸ਼ ਸੁਣ ਸੁਣ ਕੇ ਹੋ ਰਹੀ ਹੈ। ਅੰਤਰ ਮਨ ਕਿਥ ਰਹਿ ਵਿਸ਼ੇਸ਼। ਮਹਾਰਾਜ ਦੀ ਪਾਵਨ ਬਾਣੀ ਉਪਦੇਸ਼ ਸੁਣ ਕੇ ਜਿਹੜਾ ਵੀ ਸੁਣ ਲੈਂਦਾ ਹੈ ਉਹ ਅੰਤਰਮੁਖੀ ਬਿਰਤੀ ਕਰ ਲੈਂਦਾ ਹੈ। ਅੰਤਰਮੁਖੀ ਬਿਰਤੀ ਕਰਕੇ ਆਪਦੇ ਵਾਸਤਵ ਸਵੈ ਸਰੂਪ ਵਿੱਚ ਹੀ ਸੁਰਤ ਨੂੰ ਟਿਕਾ ਲੈਂਦਾ। ਬਿਰਤੀ ਬਾਹਰਮੁਖੀ ਹੈ, ਇੱਕ ਅੰਤਰਮੁਖੀ ਹੈ। ਬਾਹਰਮੁਖੀ ਬਿਰਤੀ ਵਾਲੇ ਦੂਜੇ ਦੇ ਔਗਣ ਵੇਖਣਗੇ, ਬਾਰ ਬਾਰ ਦਿਸੇਗਾ ਕੋਈ ਕੀ ਕਰਦਾ ਹੈ, ਝਗੜੇ ਝਮੇਲੇ ਗਲ ਪੈਣਗੇ। ਅੰਤਰਮੁਖੀ ਬਿਰਤੀ ਵਾਲੇ ਖਾਲਸਾ ਜੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਗੱਲ ਇਹ ਸਿਧਾਂਤ ਦੇ ਉੱਪਰ ਪਹਿਰਾ ਦਿੰਦੇ ਹੈ। ਆਪਦੇ ਆਪ ਨੂੰ ਜਿਹੜਾ ਵਾ ਪੜਚੋਲਦੇ ਆ, ਸਵੈ ਪੜਚੋਲ ਜਿਹਨੂੰ ਕਹਿੰਦੇ ਆ, ਸਵੈ ਪੜਚੋਲ ਕਰਦੇ ਆ। ਸਵੈ ਸਰੂਪ ਵਿੱਚ ਕੋ ਹੰ ਸੋ ਹੰ, ਕੌਣ ਹਾਂ ਮੈਂ ਉਹ ਪ੍ਰਭੂ ਪਰਮੇਸ਼ਰ ਹਾਂ। ਉਸ ਕਹੋ ਕਰ ਕਬੀਰ ਇਹੋ ਬ੍ਰਹਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਇਹੋ ਜਿਹੇ ਅੰਤਰਮੁਖੀ ਬਿਰਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਦੇ ਨਾਲ ਸਿੱਖਾਂ ਨੂੰ ਪ੍ਰਾਪਤ ਹੋ ਰਹੀ ਹੈ। ਜਿਹੜਾ ਹਜ਼ੂਰ ਦੀ ਸਿੱਖਿਆ ਸੁਣਦਾ ਹੈ ਸਮਾਧੀ ਲਾ ਕਰਕੇ ਐਨ ਅਚਲ ਬੈਠ ਜਾਂਦਾ ਹੈ। ਧੰਨਿ ਧੰਨਿ ਸ਼੍ਰੀ ਅਰਜਨ ਸਤਿਗੁਰ। ਸੰਗਤਾਂ ਮੂੰਹੋਂ ਕਹਿੰਦੀਆਂ ਹੇ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਹੋ, ਆਪ ਮਹਾਰਾਜ ਧੰਨਤਾ ਯੋਗ ਹੋ। ਪ੍ਰਭ ਅਵਤਾਰ ਭਗਤ ਕੇ ਬੇਸ। ਭਗਤੀ ਭਗਤਾਂ ਦੇ ਭੇਖ ਵਿੱਚ ਤੁਸੀਂ ਪਰਮੇਸ਼ਰ ਦਾ ਅਵਤਾਰ ਹੋ। ਵੀ ਹੋ ਤਾਂ ਤੁਸੀਂ ਪਰਮੇਸ਼ਰ, ਪਰ ਸਾਨੂੰ ਜਣਾਉਂਦੇ ਹੋ ਵੀ ਅਸੀਂ ਪਰਮੇਸ਼ਰ ਦੇ ਭਗਤ ਹਾਂ। ਤੁਸੀਂ ਪਰਮੇਸ਼ਰ ਦੇ ਭਗਤ ਕੋਈ ਨਹੀਂ, ਤੁਸੀਂ ਆਪ ਖੁਦ ਪਰਮੇਸ਼ਰ, ਆਪ ਨਾਰਾਇਣ ਕਲਾ ਧਾਰ ਹੋ। ਸਿੱਖਣ ਕੋ ਸਮੁਦਾਇ ਭਇਓ। ਤੇ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਇੱਕ ਜੁੜ ਦੋ ਜੁੜ ਬੜੇ ਸਿੱਖਾਂ ਦਾ ਇਕੱਠ ਜਿਹੜਾ ਭਾਈ ਸੱਧੂ ਦੇ ਘਰ ਹੋ ਗਿਆ ਹੈ। ਬਹੁ ਸਤ ਸੰਗਤ ਮਿਲ ਕਰ ਹੈ ਆਨੰਦ। ਤੇ ਕੀਰਤਨ ਹੁੰਦਾ, ਦੀਵਾਨ ਸਜ ਗਏ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਰਾਵਾ। ਇਸ ਤਰ੍ਹਾਂ ਸੰਗਤਾਂ ਪਹੁੰਚ ਰਹੀਆਂ, ਬੇਅੰਤ ਇਕੱਠ ਹੋ ਰਹੇ ਹੈ। ਮਿਲ ਕੇ ਸੰਗਤ ਕਰਦੇ ਹੈ, ਨਾਮ ਜਪਦੇ ਹੈ, ਸਿਮਰਨ ਕਰਦੇ ਹੈ ਤੇ ਹਜ਼ੂਰ ਦਾ ਉਪਦੇਸ਼ ਪ੍ਰਾਪਤ ਕਰਕੇ ਆਨੰਦ ਮਾਣਦੇ ਹਨ। ਇੱਕ ਆਵਤ ਇੱਕ ਜਾਤ ਚੱਲੇ ਨਾਰ। ਸੰਗਤਾਂ ਇੱਕ ਆ ਰਹੀਆਂ ਨੇ ਦਰਸ਼ਨ ਕਰ ਕਰਕੇ, ਇੱਕ ਮੁੜ ਰਹੀਆਂ ਹਨ। ਏਕ ਨਿਕਟ ਰਹਿ ਕੁਮਤ ਨਿਕੰਦ। ਜਿਨ੍ਹਾਂ ਦਾ ਮਨ ਕੋਈ ਐ ਆ ਵੀ ਮਹਾਰਾਜ ਦੇ ਪਾਸ ਹੋਰ ਸਮਾਂ ਰਹਿ ਕੇ ਆਪਣੇ ਖੋਟੇ ਪਾਪ ਕਰਮ ਕੱਟ ਲਈਏ, ਉਹ ਹਜ਼ੂਰ ਦੇ ਪਾਸ ਹੋਰ ਸਮਾਂ ਰੁਕ ਜਾਂਦੇ, ਪੱਕੇ ਤੌਰ ਤੇ ਹੀ ਮਹਾਰਾਜ ਦੇ ਪਾਸ ਰਹਿ ਪਏ ਹਨ। ਗਾਏ ਰਬਾਬੀ ਵੱਡੀ ਰਾਤ ਤੇ। ਵੱਡੀ ਰਾਤ ਜਦੋਂ ਭਾਵ ਦਿਨ ਚੜ੍ਹੇ ਤੇ ਖਾਜਾਂ ਅੱਧੀ ਰਾਤ ਲੰਘੀ ਤੀਕਰ ਹੀ ਰਬਾਬੀ ਕੀਰਤਨ ਗਾਉਂਦੇ ਰਹੇ ਹਨ। ਸੁਣਹਿ ਸਿੱਖ ਔਰ ਪ੍ਰੇਮ ਬਿਲੰਦ। ਡਾਢੇ ਪ੍ਰੇਮ ਦੇ ਨਾਲ
ਸਿੱਖ ਸੰਗਤਾਂ ਕੀਰਤਨ ਸੁਣ ਰਹੀਆਂ। ਬਾਣੀ ਪਠਹਿ ਕੰਠ ਕੋ ਧਾਰੈ। ਮਹਾਰਾਜ ਦੇ ਮੁਖੋਂ ਬਾਣੀ ਪੜ੍ਹੀ ਜਿਹੜੀ ਸੁਣਦੇ ਆ ਸਿੱਖ, ਹੋਰ ਬਾਣੀ ਪੜ੍ਹਦੇ ਆ ਤੇ ਗੁਰਬਾਣੀ ਕੰਠ ਕਰ ਰਹੇ ਹਨ। ਸਤਿਨਾਮ ਜਸ ਉਜਲ ਚੰਦ। ਜਿਹੜਾ ਵਾਹਿਗੁਰੂ ਨਾਮ ਉਜਲ ਪਵਿੱਤਰ ਚੜੇ ਪੁੰਨਿਆਂ ਦੇ ਚੰਦਰਮਾ ਵਰਗਾ ਹੈ। ਇਹੋ ਜਿਹੇ ਪਰਮੇਸ਼ਰ ਅਕਾਲ ਪੁਰਖ ਦਾ ਉਜਲ ਪਵਿੱਤਰ ਨਾਮ ਉਹ ਸੰਗਤਾਂ ਜਪ ਕੇ ਆਨੰਦ ਮਾਣਦੀਆਂ ਨੇ। ਇੱਕ ਦਿਨ ਸਤਿਗੁਰ ਚੜ੍ਹ ਕਰ ਖਾਸੇ। ਉਹ ਕਵੀ ਜੀ ਕਹਿੰਦੇ ਕੁਝ ਦਿਨ ਭਾਈ ਸੱਧੂ ਜੀ ਦੇ ਘਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਰਹੇ, ਭਾਗ ਲਾਏ। ਇੱਕ ਦਿਨ ਹੋਇਆ ਤੇ ਪਾਤਸ਼ਾਹ ਜੀ ਖਾਸੇ ਤੇ ਚੜ੍ਹ ਕੇ, ਭਾਵ ਵੱਡੀ ਪਾਲਕੀ ਤੇ ਚੜ੍ਹ ਕਰਕੇ ਵਹਿਰ ਚੱਲੇ ਰਾਵੀ ਕੇ ਤੀਰ। ਹੋਰ ਸੰਗਤਾਂ ਨੂੰ ਲਾਹੌਰ ਵਾਲੀਆਂ ਨੂੰ ਤਾਰਨ ਵਾਸਤੇ ਨਾ ਲਾਹੌਰ ਸ਼ਹਿਰ ਦੇ ਨਾਲੋਂ ਲੰਘਦੀ ਨਦੀ ਰਾਵੀ ਦੇ ਕੰਢੇ ਉੱਪਰ ਚੱਲੇ ਐ। ਨਿੰਦਕ ਚੰਦੂ ਮਿਲਿਓ ਅਗਾਰੀ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਲਕੀ ਤੇ ਚੜ੍ਹ ਕੇ ਰਾਵੀ ਵੱਲ ਨੂੰ ਗਏ ਤੇ ਚੰਦੂ ਨਿੰਦਕ ਜਿਹੜਾ ਉਹ ਰਾਹ 'ਚ ਕਿਤੇ ਟੱਕਰਿਆ। ਇਹਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੰਗਤਾਂ ਸਮੇਤ ਹਜ਼ੂਰ ਪਾਲਕੀ 'ਚ ਬੈਠੇ ਤੇ ਹਜ਼ਾਰਾਂ ਲੱਖਾਂ ਸੰਗਤਾਂ ਮਹਾਰਾਜ ਦੇ ਨਾਲ ਹੈ। ਇਹਨੇ ਵੇਖਿਆ ਹੈ ਜਦੋਂ ਇਹ ਸਾਰਾ ਕੌਤਕ ਜੋ ਦੇਖੀ ਸੰਗ ਨਰਨ ਗਨ ਪੀਰ। ਬੇਅੰਤ ਹਜ਼ਾਰਾਂ ਦੀ ਗਿਣਤੀ ਵਿੱਚ ਜਦੋਂ ਸੰਗਤਾਂ ਦੀ ਭੀੜ ਚੰਦੂ ਪਾਪੀ ਨੇ ਵੇਖੀ ਹੈ। ਬੂਝਣ ਕਰਿਓ ਕੌਣ ਇਹ ਗਮਨਤ। ਤੇ ਲਾਹੌਰ ਵਾਲੀ ਸੰਗਤ ਨੂੰ ਇਹ ਚੰਦੂ ਪੁੱਛਦਾ ਵੀ ਕੌਣ ਹੈ, ਕੌਣ ਜਿਹੜਾ ਇਧਰ ਰਾਵੀ ਨਦੀ ਵਾਲੇ ਪਾਸੇ ਜਾ ਰਿਹਾ ਹੈ। ਕਾਮਦਾਰ ਉਮਰਾਵ ਅਮੀਰ। ਕੋਈ ਰਾਜੇ ਦਾ ਅਮੀਰ ਹੈ, ਕੋਈ ਉਮਰਾਵ ਹੈ ਕਿ ਕੋਈ ਭਾਰੀ ਵੱਡਾ ਸ਼ਾਹੂਕਾਰ ਜਾ ਰਿਹਾ ਹੈ। ਮਾਨਵ ਸੰਗ ਅਨੇਕ ਚੱਲਤ ਹੈ। ਕਿਉਂ ਕਹਿੰਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖ ਜਾ ਰਹੇ ਹੈ। ਕੌਣ ਜਾ ਰਹੇ ਹੈ? ਕੋਈ ਅਮੀਰ ਜਾ ਰਿਹਾ, ਕੋਈ ਵਜ਼ੀਰ ਜਾ ਰਿਹਾ ਹੈ, ਕੋਈ ਵੱਡਾ ਸ਼ਾਹੂਕਾਰ ਜਾ ਰਿਹਾ, ਕੋਈ ਵੱਡਾ ਵਪਾਰੀ ਜਾ ਰਿਹਾ ਹੈ। ਆਗੇ ਪਾਛੇ ਬਹੁਤ ਬਹੀਰ। ਕਿਉਂਕਿ ਚਾਰ ਚਫੇਰੇ ਬੜਾ ਵਹੀਰ ਆ, ਗਿਣਤੀ ਤੋਂ ਰਹਿਤ। ਬੇਅੰਤ ਲੋਕ ਇਹਨਾਂ ਦੇ ਨਾਲ ਹਨ। ਦੱਸੋ ਜਰਾ ਪਾਲਕੀ ਦੇ ਵਿੱਚ ਕੌਣ ਬੈਠਾ ਹੈ? ਪਾਤਸ਼ਾਹੋ ਕੋ ਹੋਏ ਸਮੀਪੀ। ਲੱਗਦਾ ਵੀ ਕੋਈ ਬਾਦਸ਼ਾਹ ਜਹਾਂਗੀਰ ਦਾ ਖਾਸ ਮਨੁੱਖ ਹੋਣਾ, ਜਿਹਦੇ ਨਾਲ ਇੰਨੀ ਭੀੜ ਹੈ, ਇੰਨਾ ਮਾਲ ਅਸਬਾਬ, ਇੰਨੀ ਸ਼ਾਨੋ ਸ਼ੌਕਤ ਹੈ। ਕਹਿ ਚਾਕਰ ਹੋਏ ਅਲਪ ਵਿਸਾਲ। ਜਾਂ ਕੋਈ ਛੋਟਾ ਵੱਡਾ ਕੋਈ ਚਾਕਰ ਹੈ, ਨੌਕਰੀ ਕਰਦਾ, ਕੋਈ ਸਰਕਾਰੀ ਬੰਦਾ ਜਿਹੜਾ ਇੰਨੀ ਸੰਗਤ ਨਾਲ ਲੈ ਕੇ ਵਿਚਰ ਰਿਹਾ ਹੈ। ਜੋ ਮੋਝ ਨਮੋ ਕਰਤ ਮਿਲ ਗਮਨਤ। ਤੇ ਇਸ ਤਰ੍ਹਾਂ ਵਿਚਾਰਦਾ ਹੈ ਤੇ ਫਿਰ ਚੰਦੂ ਮਨ ਵਿੱਚ ਸੋਚਦਾ ਹੈ ਵੀ ਮੈਨੂੰ ਨਮਸਕਾਰ ਕਰਕੇ ਇਹਨੂੰ ਜ਼ਰੂਰ ਜਾਣਾ ਚਾਹੀਦਾ ਸੀ, ਜਿਹੜਾ ਵੀ ਆਇਆ ਹੈ। ਮਨ ਹੈ ਆਨ ਉਲੰਘ ਤਤਕਾਲ। ਪਰ ਇਹ ਜਿਹੜਾ ਹੋਰਨਾਂ ਨੂੰ ਉਲੰਘ ਛੇਤੀ ਹੀ ਮੇਰੀ ਆਣ ਮੰਨਦਾ। ਭਾਵ ਜੇ ਕੋਈ ਬਾਦਸ਼ਾਹ ਦਾ ਬੰਦਾ ਹੁੰਦਾ, ਮਨ 'ਚ ਸੋਚਦਾ ਚੰਦੂ ਵੀ ਮੈਨੂੰ ਤਾਂ ਜਾਣਦਾ ਹੀ ਹੋਣਾ ਸੀ ਉਹ, ਤੇ ਉਹਨੂੰ ਪਤਾ ਹੋਣਾ ਸੀ ਮੈਨੂੰ ਵੇਖ ਕੇ ਉਹਨੇ ਜ਼ਰੂਰ ਪਾਲਕੀ 'ਚ ਉਤਰ ਕੇ ਮੈਨੂੰ ਮੱਥਾ ਟੇਕਣਾ ਸੀ, ਜ਼ਰੂਰ ਮੈਨੂੰ ਨਮਸਕਾਰ ਕਰਨੀ ਸੀ, ਮੇਰੇ ਅੱਗੇ ਸੀਸ ਝੁਕਾਉਣਾ ਸੀ। ਕਿਉਂਕਿ ਬਾਦਸ਼ਾਹ ਦੇ ਸਰਕਾਰੀ ਮਨੁੱਖਾਂ, ਸਰਕਾਰ, ਦਰਬਾਰ, ਹਕੂਮਤ ਵਿੱਚੋਂ ਸਾਰਿਆਂ ਤੋਂ ਉੱਚਾ ਅਹੁਦਾ ਮੇਰਾ। ਜੇ ਇੱਥੋਂ ਦਾ ਹੁੰਦਾ, ਕੋਈ ਬਾਦਸ਼ਾਹ ਦਾ ਸਰਕਾਰੀ ਮਨੁੱਖ ਹੁੰਦਾ ਤੇ ਮੈਨੂੰ ਜ਼ਰੂਰ ਇਹਨੇ ਸਲਾਮ ਕਰਨੀ ਸੀ, ਝੁਕਣਾ ਸੀ। ਸੁਣ ਦੌਰਿਓ ਇੱਕ ਨਰ ਸਿੱਖ ਬੂਝੇ। ਤੇ ਇਹ ਸਾਧ ਸੰਗਤ ਜੀ ਪੁੱਛਣ ਵਾਸਤੇ ਨੇ ਆਪਦਾ ਮਨੁੱਖ ਭੇਜਿਆ ਤੇ ਇੱਕ ਸਿੱਖ ਦੇ ਪਾਸ। ਕੋ ਇਹੋ ਜਾਤ ਬ੍ਰਿੰਦ ਨਰ ਨਾਲ। ਇਹਦੇ ਕਿਸੇ ਮਨੁੱਖ ਨੇ ਸਿੱਖ ਨੂੰ ਪੁੱਛਿਆ ਜਾ ਕੇ ਵੀ ਕੌਣ ਹੈ ਜਿਹੜਾ ਪਾਲਕੀ ਤੇ ਚੜਿਆ ਜਾਂਦਾ, ਇੰਨੀ ਸੰਗਤ ਕਿਹਦੇ ਨਾਲ ਹੈ, ਇੰਨਾ ਸ਼ਾਨੋ ਸ਼ੌਕਤ ਕਿਹਦੀ ਹੈ, ਬੇਅੰਤ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਹੈ। ਭਾਈ ਦੱਸੋ ਪਾਲਕੀ ਦੇ ਵਿੱਚ ਕੌਣ ਬੈਠਾ ਹੈ? ਫਿਰ ਹੋਏ ਕਰਿਓ ਬਤਾਵਨ ਤੇ ਸੋਨੇ। ਤੇ ਫਿਰ ਸਾਧ ਸੰਗਤ ਜੀਓ ਸਿੱਖ ਸੀ ਨਾ ਜਿਹੜਾ ਸੰਗਤ ਦੇ ਵਿੱਚੋਂ ਹੀ, ਉਹਨੇ ਇਸ ਚੰਦੂ ਦੇ ਮਨੁੱਖ ਨੂੰ ਦੱਸਣਾ ਕੀਤਾ ਹੈ। ਸ਼੍ਰੀ ਅਰਜਨ ਸਤ ਗੁਰੂ ਕਿਰਪਾਲ। ਇਹ ਸੋਢੀ ਕੁਲ ਦੇ ਤੁਜਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ 5ਵੇਂ ਸਰੂਪ ਗੱਦੀ ਨਸ਼ੀਨ ਸੋਢੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾਲੂ
ਦਿਆਲੂ ਦੀਨਾ ਬੰਧੂ ਦਇਆ ਨਿਧ ਸੱਚੇ ਪਾਤਸ਼ਾਹ ਸ਼ਾਹੇ ਸ਼ਹਿਨਸ਼ਾਹ ਜਾ ਰਹੇ ਹਨ। ਆਣ ਬਤਾਇਆ ਚੰਦੂ ਕੋ ਤਿਨ, ਉਹ ਮਨੁੱਖ ਨੇ ਆਣ ਚੰਦੂ ਨੂੰ ਖਬਰ ਦਿੱਤੀ ਹੈ, ਸਾਰੀ ਗੱਲ ਦੱਸ ਦਿੱਤੀ ਹੈ। ਸੁਣਤ ਜਰਿਓ ਮਨ ਮਹਿ ਦੁਖ ਪਾਏ, ਸੁਣਿਆ ਵੀ ਧੰਨ ਗੁਰੂ ਅਰਜਨ ਦੇਵ ਜੀ ਆਏ ਹੋਏ ਐ। ਚੰਦੂ ਸੁਣ ਕੇ ਸਣ ਕੱਪੜੀ ਸੜ ਕੇ ਸਾਧ ਸੰਗ ਦੀ ਸਵਾਹ ਹੋ ਗਿਆ। ਬੜਾ ਡਾਢਾ ਇਹਨੂੰ ਦੁੱਖ ਲੱਗਿਆ ਹੈ। ਮਾਮਰੇ ਫਿਰ ਹੈ ਦਿਖਾਏ ਪ੍ਰਤਾਪੂ, ਮਨ ਚ ਸੋਚਦਾ, ਕਹਿੰਦਾ ਮੇਰਾ ਦੁਸ਼ਮਣ ਗੁਰੂ ਅਰਜਨ ਦੇਵ ਤੇ ਲਾਹੌਰ ਦੀ ਧਰਤੀ ਤੇ ਆ ਕੇ ਲਾਹੌਰ ਵਾਲਿਆਂ ਮਨੁੱਖਾਂ ਨੂੰ, ਪ੍ਰਾਣੀਆਂ ਨੂੰ, ਲਾਹੌਰ ਦੀ ਜਨਤਾ ਨੂੰ ਆਪਦਾ ਪ੍ਰਤਾਪ ਵਿਖਾ ਰਿਹਾ ਹੈ। ਬਹੁਤੇ ਮਾਨਵ ਸੰਗ ਲਗਾਏ, ਕਿੰਨੇ ਮਨੁੱਖ, ਕਿੰਨੀ ਸੰਗਤ ਇਹਨੇ ਮਗਰ ਲਾਈ ਹੋਈ ਹੈ। ਮੈਂ ਨਿਤ ਚਿੰਤਾ ਕੇ ਬਾਸ ਦੁਰਬਲ, ਇਧਰ ਮੈਂ ਚਿੰਤਾ ਦੇ ਵਸ ਹੋਇਆ, ਰੋਜ਼ ਕਮਜ਼ੋਰ ਹੋਈ ਜਾਨਾ। ਚਿਹਰਾ ਮੇਰਾ ਪੀਲਾ ਪੈ ਗਿਆ ਸੋਚਾਂ ਸੋਚ ਸੋਚ ਕੇ। ਇਹੋ ਨ ਚਿੰਤ ਵਿਚਰਤ ਹਰ ਖਾਏ, ਤੇ ਇਧਰ ਮੇਰਾ ਦੁਸ਼ਮਣ ਗੁਰੂ ਅਰਜਨ ਦੇਵ ਖੁਸ਼ੀ ਦੇ ਨਾਲ ਮੇਰੀ ਧਰਤੀ ਤੇ ਲਾਹੌਰ ਵਿਚਰ ਰਿਹਾ ਹੈ। ਖੁਸ਼ੀ ਖੁਸ਼ੀ ਇੱਥੇ ਲਾਹੌਰ ਦੀ ਧਰਤੀ ਤੇ ਵਿਚਰਦਾ ਹੈ, ਸੰਗਤਾਂ ਨੂੰ ਆਪਦਾ ਪ੍ਰਤਾਪ ਵਿਖਾ ਰਿਹਾ ਹੈ। ਧਿਕ ਜੀਵਨ ਮਮ ਬੁੱਧ ਬਾਲ ਕੋ ਧਿਕ, ਮੇਰਾ ਜਿਉਣਾ ਲਾਹਣਤ ਹੈ, ਧਿਗ ਹੈ ਮੇਰੇ ਜੰਮਣ ਤੇ। ਜੀਵਨ ਤੇ ਤ੍ਰਿਗ ਹੈ, ਮੇਰੀ ਬੁੱਧ ਤੇ ਤ੍ਰਿਗ ਹੈ, ਮੇਰੇ ਦੀਵਾਨ ਹੋਣ ਦੀ ਤਾਕਤ ਤੇ ਤ੍ਰਿਗਾਕਾਰ ਹੈ। ਸਰੇ ਨਾ ਕੁਛ ਬਾਹ ਕਰੇ ਉਪਾਏ, ਬੜੇ ਸਜ਼ਾ ਦੇਣ ਦੇ, ਇਹਨਾਂ ਨੂੰ ਦੁੱਖ ਦੇਣ ਦੇ ਉਪਾਅ ਮੈਂ ਕੀਤੇ, ਪਰ ਮੇਥੋਂ ਕੋਈ ਵੀ ਨੇਪਰੇ ਨਹੀਂ ਚੜ੍ਹਿਆ ਹੈ। ਤੁਰਤ ਤੁਰ ਅਸਵਾਰੀ ਗਮਨਿਓ, ਇਹ ਕਹਿ ਕੇ ਖਾਲਸਾ ਜੀ ਘੋੜੇ ਤੇ ਚੜ੍ਹ ਕੇ ਛੇਤੀ ਦੇ ਨਾਲ ਚੰਦੂ ਜਹਾਂਗੀਰ ਬਾਦਸ਼ਾਹ ਵੱਲ ਤੁਰਿਆ ਹੈ। ਆਜ ਕਹੂੰ ਸੁਧ ਸ਼ਾਹੋ ਕੇ ਤੀਰ, ਕਹਿੰਦਾ ਅੱਜ ਮੈਂ ਖਬਰ ਦੇਵਾਂਗਾ ਬਾਦਸ਼ਾਹ ਜਹਾਂਗੀਰ ਨੂੰ ਵੀ ਵੇਖੋ ਬਾਦਸ਼ਾਹ ਹਕੂਮਤ ਦਾ ਭਗੌੜਾ ਏ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਦੀ ਧਰਤੀ ਤੇ ਆਪਦਾ ਬੜਾ ਪ੍ਰਤਾਪ ਵਿਖਾ ਰਹੇ ਹਨ। ਉਤਰਿਓ ਕਰਤ ਸਲਾਮ ਗਇਓ, ਇਸ ਤਰ੍ਹਾਂ ਵਿਚਾਰਦਾ ਹੋਇਆ ਇਹ ਜਹਾਂਗੀਰ ਬਾਦਸ਼ਾਹ ਵੀ ਸਾਧ ਸੰਗ ਜੀ ਲਾਹੌਰ ਠਹਿਰਿਆ ਹੋਇਆ ਸੀ ਤੇ ਚੰਦੂ ਪਾਪੀ ਬਾਦਸ਼ਾਹ ਦੇ ਪਾਸ ਜਾ ਕਰਕੇ ਸਲਾਮ ਕੀਤੀ। ਇਸ ਤਰ੍ਹਾਂ ਫਰਮਾਇਆ ਹੈ, ਏ ਗੁਰੇਸ ਤੇ ਧਰ ਹੈ ਨਾ ਕਿਮ ਔਰ ਧੀਰ, ਕਿਸੇ ਤਰ੍ਹਾਂ ਵੀ ਇਹਦੇ ਮਨ ਨੂੰ ਧੀਰਜ ਨਹੀਂ ਆ ਰਿਹਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਛਾਨੋ ਸ਼ੌਕਤ ਠਾਠ ਵੇਖ ਕਰਕੇ ਸੜ ਬਲ ਕੇ ਸਵਾਹ ਹੋ ਗਿਆ ਤੇ ਧੀਰਜ ਨਹੀਂ ਆ ਰਿਹਾ। ਛੇਤੀ ਨਾਲ ਬਾਦਸ਼ਾਹ ਜਹਾਂਗੀਰ ਦੇ ਪਾਸ ਪਹੁੰਚਿਆ। ਮੁਖੇ ਦਾ ਉੱਡਿਆ ਹੋਇਆ ਪੀਲਾ ਪਿਆ ਹੋਇਆ ਹੈ। ਕਹਿ ਪ੍ਰਸੰਗ ਕੁਛ ਹਜ਼ਰਤ ਕੋ ਤਾਬ, ਤੇ ਬਾਦਸ਼ਾਹ ਜਹਾਂਗੀਰ ਨੂੰ ਪਹਿਲਾਂ ਹੋਰ ਤਰ੍ਹਾਂ ਦੀ ਗੱਲ ਜੀ ਚਲਾ ਕੇ ਚੋਰਾਂ ਉਚੱਕਿਆਂ ਪੰਜਾਬ ਦੇ ਮਾਹੌਲ ਦੀ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜੀਆਂ ਤੋਰ ਕੇ ਨਿਜ ਦੇਸ਼ ਰੁਖ ਫੇਰਿਓ ਨਹਿ ਪੀਰ, ਤੇ ਇਹਦਾ ਰੁਖ ਜਿਹਾ ਆਪਦੇ ਵੱਲ ਕਰ ਲਿਆ। ਚੁਸਤ ਸੀ ਬਹੁਤ ਬਾਦਸ਼ਾਹ ਜਹਾਂਗੀਰ ਦਾ ਰੁਖ ਜਿਹਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਗੱਲ ਜੀ ਚਲਾ ਕੇ ਤੇ ਆਪਦੇ ਵੱਲ ਕਰ ਲਿਆ। ਜਦੋਂ ਵੇਖਿਆ ਵੀ ਹੁਣ ਗੱਲ ਕਰਨ ਦਾ ਸਮਾਂ ਹੈ ਤੇ ਕੋਲ ਵੀ ਬਾਦਸ਼ਾਹ ਜਹਾਂਗੀਰ ਦੇ ਕੋਈ ਨਹੀਂ, ਅਸੀਂ ਇਕੱਲੇ ਹਾਂ। ਕਰ ਜੋਰੇ ਉਚਰਤ ਦੁਰਮਤ ਕੋ, ਚਲਿੱਤਰ ਜੇ ਵਿਖਾਉਂਦਾ ਹੋਇਆ ਹੱਥ ਜੋੜ ਕੇ ਨਾ ਜਹਾਂਗੀਰ ਬਾਦਸ਼ਾਹ ਨੂੰ, ਤੇ ਚੰਦੂ ਇਉਂ ਬੋਲਿਆ ਭੈੜੀ ਮਤ ਵਿਖਾਉਂਦਾ ਹੋਇਆ, ਅਬ ਆਇਆ ਪੁਰ ਸਿੱਖਣ ਪੀਰ, ਬਾਦਸ਼ਾਹ ਸਲਾਮਤ, ਤੁਹਾਨੂੰ ਪਤਾ ਸਿੱਖਾਂ ਦੇ ਪੀਰ ਬਣ ਕੇ ਤੇ ਲਾਹੌਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਵਿਚਰ ਰਹੇ ਹਨ। ਤੁਮ ਢਿੱਗ ਆਵਣ ਕਰਿਓ ਨਾ ਅਬ ਭੀ, ਕਿੰਨੇ ਦਿਨਾਂ ਤੋਂ ਲਾਹੌਰ ਵਿੱਚ ਵਿਚਰ ਰਹੇ ਆ। ਉਹਨਾਂ ਨੂੰ ਚਾਹੀਦਾ ਸੀ ਸਾਰਿਆਂ ਤੋਂ ਪਹਿਲਾਂ ਬਾਦਸ਼ਾਹ ਦੇ ਅੱਗੇ ਪੇਸ਼ ਹੁੰਦੇ, ਪਰ ਤੁਹਾਡੇ ਕੋਲ ਨਹੀਂ ਆਏ ਅਜੇ ਵੀ ਉਹ ਬਾਹਰ ਲਾਹੌਰ ਸ਼ਹਿਰ ਵਿੱਚ ਸੰਗਤਾਂ ਵਿੱਚ ਫਿਰ ਰਹੇ ਹਨ, ਵਿਚਰ ਰਹੇ ਹਨ। ਹਿੰਦੋਨ ਤੇ ਪੁਜਵਾਵਤ ਪਾਏ, ਭੋਲੇ ਭਾਲੇ ਮੁਸਲਮਾਨਾਂ ਨੂੰ ਮਗਰ ਲਾਇਆ ਹੋਇਆ ਤੇ ਭੋਲੇ ਭਾਲੇ ਹਿੰਦੂਆਂ ਤੋਂ ਆਪਦੇ ਪੈਰ ਪੁਜਵਾ ਰਹੇ ਹਨ। ਨਿਤ ਪ੍ਰਾਤ ਤਨ ਆਨ ਗਿਣਤ ਆਮਦਨ, ਕਿੰਨੀ ਆਮਦਨ ਹੋ ਰਹੀ ਹੈ। ਲਾਹੌਰ ਤੋਂ ਲਾਗੇ ਤਾਗੇ ਦੀਆਂ ਸਾਰੀਆਂ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਅੰਤ ਮਾਇਆ ਦੇ ਰਹੀਆਂ। ਕਿੰਨੀ ਮਾਇਆ ਇੱਥੋਂ ਲਾਹੌਰੋਂ ਇਕੱਠੀ ਕਰ ਰਹੇ ਹਨ। ਧਨੀ ਭਇਓ ਔਰ ਗਰਭ ਵਧਾਏ, ਅੱਗੇ ਵੀ ਇਸੇ ਤਰ੍ਹਾਂ ਮਾਇਆ ਇਕੱਠੀ ਕਰ ਕਰਕੇ ਧਨੀ ਹੋ ਕੇ ਤੇ ਹਿਰਦੇ ਵਿੱਚ ਗਰਭ ਕਰ ਗਏ ਹੈ, ਹੰਕਾਰ ਗਏ ਸਨ। 2 ਲੱਖ ਕੋ ਦੰਡ ਲਖ ਹੈ ਕਿਆ, ਜਿਨ੍ਹਾਂ ਕੋਲ ਇੰਨੀ ਮਾਇਆ ਹੈ
ਤੇ 2 ਲੱਖ ਡੰਡ ਨੂੰ ਕੀ ਜਾਣਦੇ ਆ। ਗੁਰੂ ਅਰਜਨ ਦੇਵ ਕਿੰਨੀ ਮਾਇਆ ਇਹਨਾਂ ਦੇ ਪਾਸ ਸੰਗਤਾਂ ਸਿੱਖ ਦਈ ਜਾਂਦੇ ਆ। ਬਾਦਸ਼ਾਹ ਸਲਾਮਤ ਆ 2 ਲੱਖ ਤੁਹਾਡੇ ਲਾਏ ਹੋਏ ਡੰਨ ਨੂੰ, ਤੁਹਾਡੇ ਲਾਏ ਹੋਏ ਜਿਹੜੇ ਵੈ ਉਹ ਡੰਨ ਨੂੰ ਕੀ ਜਾਣਨਗੇ। ਉਹ ਨਹੀਂ ਕੁਝ ਵੀ ਜਾਣਦੇ ਹਨ। ਤਤ ਛਿਨ ਲੈਦੈ ਹਾਂ ਇਸ ਥਾਏ। ਮਹਾਰਾਜ ਬਾਦਸ਼ਾਹ ਮੈਂ ਇੱਥੇ ਲਿਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਛੇਤੀ ਦੇ ਨਾਲ ਉਹ ਮਾਇਆ ਲਵਾਂ। 2 ਲੱਖ ਰੁਪਇਆ ਉਹਨਾਂ ਤੋਂ ਇੱਥੇ ਹੁਣੇ ਵਸੂਲ ਕੀਤਾ ਜਾਣਾ ਚਾਹੀਦਾ ਹੈ। ਆਪ ਸਿਫਾਰਸ਼ ਕਹੋ ਨਾ ਸੁਣੀਐ। ਤੇ ਤੁਸੀਂ ਮੈਂ ਇਹ ਸਾਰੀ ਗੱਲ ਮੇਰੇ ਤੇ ਛੱਡ ਦਿਓ। ਮੈਂ ਆਪੇ ਗੁਰੂ ਅਰਜਨ ਦੇਵ ਸਾਹਿਬ ਤੋਂ 2 ਲੱਖ ਰੁਪਈਆ ਲਵਾਂਗਾ। ਤੁਸੀਂ ਨਾ ਉਹਨਾਂ ਦੀ ਸਿਫਾਰਿਸ਼ ਕਰਿਆ ਜੇ ਤੇ ਨਾ ਕਿਸੇ ਹੋਰ ਦੀ ਸਿਫਾਰਿਸ਼ ਸੁਣਿਆ ਜੇ। ਤਉ ਤਸ ਕਰ ਰੱਖਾ ਹੈ ਨਾ ਡਰ ਪਾਏ। ਹਾਂ, ਜੇ ਤੁਸੀਂ ਕਿਸੇ ਦੀ ਸਿਫਾਰਿਸ਼ ਨਾ ਸੁਣੋਗੇ ਤੇ ਮੈਂ ਇਹੋ ਜੀ ਸਜ਼ਾ ਦੇਵਾਂਗਾ। ਗੁਰੂ ਅਰਜਨ ਦੇਵ ਸਾਹਿਬ ਤੋਂ ਧੱਕੇ ਨਾਲ 2 ਲੱਖ ਰੁਪਈਆ ਭਰਵਾਵਾਂਗਾ ਕੈਦ ਕਰਕੇ, ਜਿਸ ਦੇ ਨਾਲ ਗਾਂ ਡਰ ਜਾਣਗੇ ਉਹ ਤੇ ਕਦੇ ਵੀ ਚੋਰਾਂ ਨੂੰ, ਡਾਕੂਆਂ, ਲਟੇਰਿਆਂ ਨੂੰ ਘਰ ਵਿੱਚ ਪਨਾਹ ਨਹੀਂ ਦੇਵਣਗੇ। ਸੁਖੀ ਬਸਹਿ ਗੋ ਦੇਸ ਬਾਹਰ ਸਭ। ਜਦੋਂ ਲਟੇਰੇ ਨਾ ਇਹਨਾਂ ਰੱਖਣੇ ਬੰਦ ਕਰ ਦਿੱਤੇ ਤੇ ਉਸ ਤੋਂ ਬਾਅਦ ਸਾਰਾ ਦੇਸ਼ ਸੁਖੀ ਵਸ ਜਾਵੇਗਾ। ਲੁੱਟਾਂ ਖੋਹਾਂ ਵਾਰਦਾਤਾਂ ਘਟ ਜਾਣਗੀਆਂ। ਕਰਹਾ ਬੁਲਾਵਨ ਤਉ ਚੱਲ ਆਏ। ਚਲੋ ਤੁਸੀਂ ਬੁਲਾਓ। ਹੇ ਬਾਦਸ਼ਾਹ ਸਲਾਮਤ, ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਸੱਦੋ ਤਾਂ ਸਹੀ ਇੱਕ ਵਾਰੀ। ਤੁਹਾਡੇ ਕਹੇ ਤੇ ਆਪੇ ਚੱਲ ਕੇ ਆਉਣਗੇ। ਨਤ ਸਿੱਖਣ ਤੇ ਲੈ ਕਰ ਧਨ ਕੋ। ਜੇ ਤੁਸੀਂ ਉਹਨਾਂ ਨੂੰ ਆਪਦੀ ਕਚਹਿਰੀ 'ਚ ਨਾ ਹੁਣ ਸੱਦਿਆ ਲਾਹੌਰ ਆਇਆਂ ਹੋਇਆਂ ਨੂੰ, ਤੇ ਉਹਨਾਂ ਨੇ ਇੱਥੇ ਸੰਗਤਾਂ ਨੂੰ ਦਰਸ਼ਨ ਦੇ ਕੇ ਭੋਲਿਆਂ ਭਾਲਿਆਂ ਨੂੰ ਮਗਰ ਲਾ ਕੇ ਮਾਇਆ ਇਕੱਠੀ ਕਰਕੇ ਆਪਣੀ ਪੁਰੀ ਪ੍ਰਵੇਸ਼ੈ ਜਾਏ। ਤੇ ਨਾ ਫਿਰ ਮੁੜ ਜਾਣਾ ਲਾਹੌਰੋਂ ਆਪਣੇ ਨਗਰ ਅੰਮ੍ਰਿਤਸਰ ਸਾਹਿਬ ਨੂੰ ਮਾਇਆ ਇਕੱਠੀ ਕਰਕੇ ਸੰਗਤਾਂ ਨੂੰ ਮਿਲ ਮੁਲ ਕੇ ਪਿੱਛੇ ਮੁੜ ਜਾਣਾ ਹੈ। ਨਿਰਭੈ ਹੋਏ ਤੁਮ ਤੇ ਬਾਹ ਰਾਖਿਓ। ਜਰਾ ਵੇਖੋ ਕਿੱਡੇ ਗੁਸਤਾਖ ਹੈ ਗੁਰੂ ਅਰਜਨ ਦੇਵ ਜੀ। ਬਾਦਸ਼ਾਹ ਸਲਾਮਤ, ਤੁਹਾਡਾ ਕੋਈ ਡਰ ਨਹੀਂ। ਤੁਹਾਨੂੰ ਮਿਲਣ ਨਹੀਂ ਆਏ, ਸਾਰਿਆਂ ਨੂੰ ਮਿਲਦੇ ਫਿਰਦੇ ਆ। ਗਰੀਬ ਕੰਗਾਲ ਲੋਕਾਂ ਨੂੰ ਮਿਲਦੇ ਫਿਰਦੇ ਆ। ਪਰ ਬਾਦਸ਼ਾਹ ਹੋ, ਤੁਸੀਂ ਬਾਦਸ਼ਾਹ ਹੋ ਹਿੰਦੁਸਤਾਨ ਦੇ, ਤੁਹਾਨੂੰ ਇੱਕ ਵਾਰੀ ਵੀ ਮਿਲਣ ਨਹੀਂ ਆਏ, ਉਹ ਸਲਾਮ ਨਹੀਂ ਕਰਨ ਆਏ। ਬਾਕੀ ਕਿੱਡੇ ਨਿਡਰ ਹਨ, ਉਹਨਾਂ ਨੇ ਕਿੱਡੇ ਕਿੱਡੇ ਵੱਡੇ ਗੁਨਾਹ ਕੀਤੇ ਹੋਏ ਹਨ। ਸ਼ਹਿਜ਼ਾਦਾ ਦੇਸ਼ ਜੋ ਨਿਕ ਸਾਏ। ਤੁਹਾਡੇ ਤੋਂ ਨਿਰਭੈ ਹੋ ਕਰਕੇ ਤੁਸੀਂ ਜਿਹੜਾ ਆਪਦਾ ਖੁਸਰੋ ਸ਼ਹਿਜ਼ਾਦਾ ਕੱਢਿਆ ਸੀ ਨਾ ਮਹਿਲ ਵਿੱਚੋਂ, ਬੇਦਖਲ ਕੀਤਾ ਸੀ, ਉਹ ਸ਼ਹਿਜ਼ਾਦੇ ਖੁਸਰੋ ਨੂੰ ਵੀ ਆਪਦੇ ਕੋਲ ਪਨਾਹ ਦਿੱਤੀ ਹੋਈ ਸੀ। ਵੇਖੋ ਕਿੱਡੇ ਨਿਡਰ ਹਨ। ਕੋਈ ਡਰ ਨਹੀਂ ਹਕੂਮਤ ਦਾ, ਕੋਈ ਭੈ ਨਹੀਂ। ਚੋਰ ਤਾਂ ਰੱਖਦੇ ਹੀ ਹੈ, ਪਰ ਹਕੂਮਤਾਂ ਦੇ ਬਾਗੀਆਂ ਨੂੰ ਵੀ ਪਨਾਹ ਦਿੰਦੇ ਹਨ। ਪਾਏ ਤੇ ਦਾਰਕ ਤਉ ਚਿਤ ਸਮਝੈ ਹੈ। ਇਹਨਾਂ ਨੂੰ ਕੋਈ ਸਜ਼ਾ ਦਿਓ ਤਗੜੀ। ਗੁਰੂ ਅਰਜਨ ਦੇਵ ਸਾਹਿਬ ਜਦੋਂ ਸਜ਼ਾ ਮਿਲੂਗੀ ਨਾ ਬਾਦਸ਼ਾਹ, ਤੇ ਫੇਰ ਸਮਝ ਪਵੇਗੀ ਇਹਨਾਂ ਨੂੰ ਸਾਰੀ ਗੱਲ ਦੀ। ਫਿਰ ਪਤਾ ਲੱਗੇਗਾ ਹਕੂਮਤ ਨਾਲ ਕਿਵੇਂ ਮੱਥੇ ਲਾਈਦੇ ਆ। ਸਾਹੋ ਅਵਗਿਆ ਇਮ ਦੁਖ ਦਾਏ। ਪਤਾ ਵੀ ਲੱਗੇ ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਬਾਦਸ਼ਾਹ ਦੇ ਹੁਕਮ ਦੀ ਅਦੂਲੀ ਕਰਨ ਦੀ ਸਜ਼ਾ ਕੀ ਹੁੰਦੀ ਹੈ, ਦੁੱਖ ਕੀ ਹੁੰਦਾ ਹੈ। ਬਾਦਸ਼ਾਹ ਦਾ ਨਿਰਾਦਰ ਕਰਕੇ ਕੋਈ ਸੌਖਾ ਨਹੀਂ ਰਹਿ ਸਕਦਾ। ਇਹ ਗੱਲ ਉਹਨਾਂ ਨੂੰ ਪਤਾ ਲੱਗਣੀ ਚਾਹੀਦੀ ਹੈ। ਇੱਕ ਦੋਏ ਅਪਰ ਸ਼ਾਹ ਕੇ ਨਿਕਟੀ। ਇਸ ਤਰ੍ਹਾਂ ਸਾਧ ਸੰਗਤ ਜੀ ਚੰਦੂ ਬਕਵਾਸ ਕਰਦਾ ਰਿਹਾ ਬਾਦਸ਼ਾਹ ਜਹਾਂਗੀਰ ਦੇ ਪਾਸ। ਹੋਰ ਵੀ ਕੋਈ ਮਨੁੱਖ ਜਿਹੜੇ 2-4 ਇਹਦੇ ਖਰੀਦੇ ਹੋਏ ਸੀ ਨਾ ਚੰਦੂ ਦੇ, ਉਹ ਵੀ ਬਾਦਸ਼ਾਹ ਦੇ ਕੋਲ ਬੈਠੇ ਹੋਏ ਆ। ਧਨ ਦੇ ਕੀਨੇ ਆਪਣਾ ਸਹਾਏ। ਆਪਦੀ ਗੱਲ ਵਿੱਚ ਹਾਮੀ ਭਰਾਉਣ ਵਾਸਤੇ ਨਾ 2-4 ਵੱਡੇ ਅਮੀਰ ਵਜ਼ੀਰ ਫੌਜਦਾਰ ਇਹਨੇ ਖਰੀਦੇ ਹੋਏ ਸਨ, ਤੇ ਉਹ ਚੰਦੂ ਜਿਵੇਂ ਕਹਿੰਦਾ ਸੀ ਉਸੇ ਦੀ ਗੱਲ ਵਿੱਚ ਹਾਮੀ ਭਰਦੇ ਸਨ। ਸੋ ਉਮਰਾਬ ਕਹਿਣ ਤਬ ਲਾਗੇ। ਉਹ ਜਿਹੜੇ ਖਰੀਦੇ ਹੋਏ ਸੀ ਟੁਕੜ ਬੋਚ, ਉਹ ਕਹਿਣ ਲੱਗੇ ਆ ਬਾਦਸ਼ਾਹ ਜਹਾਂਗੀਰ ਦੇ ਤਾਈ। ਚੰਦੂ ਸ਼ਾਹ ਸੁਮਤ ਅਧਿਕਾਏ। ਹੇ ਬਾਦਸ਼ਾਹ ਸਲਾਮਤ, ਜਿਹੜਾ ਚੰਦੂ ਹੈ ਨਾ, ਚੰਦੂ ਸ਼ਾਹ ਬਿਲਕੁਲ ਠੀਕ ਕਹਿੰਦਾ ਹੈ। ਇਹਨਾਂ ਦਰੁਸਤ ਫਰਮਾਇਆ ਹੈ। ਇਸ ਦੁਖੀ ਦੇਖ ਦੁਖ ਲਖਾਇਓ। ਵੀ ਇਹ ਬੜਾ ਸਿਆਣਾ ਚੰਦੂ ਦੀਵਾਨ। ਬਾਦਸ਼ਾਹ ਜੀ, ਦੇਸ਼ ਦੁਖੀ ਹੈ ਤੁਹਾਡਾ, ਤੇ ਦੁਖੀ ਦੇਸ਼ ਨੂੰ ਵੇਖ ਕਰਕੇ ਨਾ ਚੰਦੂ ਵਿਚਾਰਾ ਬਹੁਤ ਦੁਖੀ ਹੁੰਦਾ ਹੈ।
ਤੁਹਾਡੇ ਦੇਸ਼ ਦੀ, ਤੁਹਾਡੀ ਜਨਤਾ ਦੀ ਭਲਾਈ ਮਨ ਵਿੱਚ ਲੋਚਦਾ ਹੈ। ਬਾਰ ਬਾਰ ਸੋ ਅਰਜ ਕਰਾਏ। ਤਾਂ ਕਰਕੇ ਚੰਦੂ ਤੁਹਾਨੂੰ ਵਾਰ-ਵਾਰ ਬੇਨਤੀਆਂ ਕਰਦਾ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਠੱਲ ਪਾਈ ਜਾਵੇ। ਵਾਰ-ਵਾਰ ਤੁਹਾਨੂੰ ਬੇਨਤੀਆਂ ਕਰਦਾ ਹੈ। ਆਪ ਹਦੂਰ ਹਕਾਰ ਨਿਕਾਰਾ। ਤੇ ਤੁਹਾਨੂੰ ਚਾਹੀਦਾ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਦੇ ਕੋਲ ਸੱਦੋ, ਜਰਾ ਵੇਖੋ ਕਿਵੇਂ ਕੀ ਕਹਿੰਦੇ ਹਨ। ਕਹਾ ਨਾ ਕੁਛ ਮਗ ਪੁੱਛਾ ਖੁਦਾਏ। ਤੁਸੀਂ ਕੁਝ ਨਾ ਕਹੋ, ਠੀਕ ਹੈ, ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਨਹੀਂ ਡੰਨ ਲਾਉਣਾ ਨਾ ਲਾਓ, ਪਰ ਇੱਕ ਵਾਰੀ ਆਪਦੇ ਕੋਲ ਸੱਦ ਕੇ ਵੇਖੋ ਤਾਂ ਸਹੀ ਵੀ ਸੱਚਮੁੱਚ ਹੀ ਖੁਦਾ ਦੇ ਬੰਦੇ ਹੈ। ਉਹ ਅੱਲਾਹ ਤਾਲਾ ਖੁਦਾ ਦੀ ਬਾਬਤੀ ਉਹਨਾਂ ਨੂੰ ਕੋਈ ਸਵਾਲ ਕਰਕੇ ਵੇਖੋ ਕੀ ਆ ਪਖੰਡ ਕਰਦੇ ਹੋਣ। ਜਰਾ ਖੁਦਾ ਦੀ ਬਾਬਤੀ ਉਹਨਾਂ ਨੂੰ ਕੋਈ ਰਸਤਾ ਪੁੱਛਿਆ ਜਾਵੇ। ਦੰਡ ਦੀਵਾਨ ਸੋ ਲੇਹ ਨਿਬੇਰ ਹੈ। ਤੁਸੀਂ ਨਾ ਕੁਝ ਕਰਿਆ ਜੇ, ਜਿਹੜਾ ਦੰਡ ਲੈਣਾ ਨਾ 2 ਲੱਖ ਰੁਪਈਆ, ਇਹ ਚੰਦੂ ਆਪੇ ਲੈ ਲਵੇਗਾ ਬਾਹਰ ਦੀ ਬਾਹਰ ਉਹਨਾਂ ਨੂੰ ਤੰਗ ਕਰਕੇ। ਤੁਸੀਂ ਨਾ ਆਪਦੇ ਸਿਰ ਦੋਸ਼ ਮੜੋ ਕੋਈ, ਜੇ ਤੁਹਾਨੂੰ ਬਗਾਵਤ ਦਾ ਡਰ ਹੈ ਤੇ ਤੁਸੀਂ ਦੋਸ਼ ਨਾ ਆਪਦੇ ਸਿਰ ਲਓ। ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਪਾਸ ਸੱਦ ਕੇ ਕੋਈ ਸਵਾਲ ਦਾ ਜਵਾਬ ਤਾਂ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਹਨ। ਆਪ ਦੋਸ਼ ਤੇ ਸੰਕਟ ਜੇ ਤੁਸੀਂ ਦੋਸ਼ ਤੋਂ ਸੰਗਦੇ ਹੋ ਵੀ ਤੁਹਾਨੂੰ ਦੋਸ਼ ਲੱਗੇਗਾ, ਪਾਪ ਲੱਗੇਗਾ ਦਰਵੇਸ਼ ਨੂੰ ਕੋਈ ਸਜ਼ਾ ਦੇਣ ਦਾ, ਤੇ ਸਜ਼ਾ ਚੰਦੂ ਦੀਵਾਨ ਆਪੇ ਦੇ ਦੇਵੇਗਾ। ਤੁਸੀਂ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਸਾਹਿਬ ਨੂੰ ਕਚਹਿਰੀ 'ਚ ਸੱਦ ਕੇ ਉਹਨਾਂ ਦੇ ਨਾਲ ਸਵਾਲ ਜਵਾਬ ਜ਼ਰੂਰ ਕਰਨਾ ਕਰੋ। ਸੁਣ ਤੇ ਸਬਾਕ ਵਿਸਰਜਨ ਕਰੀਐ। ਤੋ ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਤੁਮਹਾ ਨਾ ਲੇਪ ਲੱਗੈ ਬਿਧ ਏ। ਆ ਚੰਦੂ ਦੇ ਬਚਨ ਸੁਣ ਕੇ ਨਾ ਬਾਦਸ਼ਾਹ ਸਲਾਮਤ ਤੁਹਾਨੂੰ ਗੱਲ ਮੰਨਣੀ ਚਾਹੀਦੀ ਹੈ ਚੰਦੂ ਦੀ। ਚੰਦੂ ਦੀ ਗੱਲ ਮੰਨ ਕੇ ਤੁਸੀਂ ਮਨੁੱਖ ਭੇਜੋ, ਗੁਰੂ ਅਰਜਨ ਦੇਵ ਸਾਹਿਬ ਲਾਹੌਰ ਆਏ ਹੋਏ ਆ ਤੇ ਇੱਥੇ ਸੱਦ ਕੇ ਤੁਸੀਂ ਨਾ ਡੰਨ ਦਿਓ ਜੇ, ਨਾ ਕੋਈ ਸਜ਼ਾ ਦਿਓ ਦੇ, ਚੰਦੂ ਆਪੇ ਕਰ ਲਵੇਗਾ ਸਾਰਾ ਕੁਝ 2 ਲੱਖ ਰੁਪਈਆ ਲੈਣ ਵਾਸਤੇ। ਪਰ ਇੱਕ ਵਾਰੀ ਕਚਹਿਰੀ ਵਿੱਚ ਸੱਦ ਕੇ ਪੇਸ਼ੀ ਜ਼ਰੂਰ ਉਹਨਾਂ ਦੀ ਹੋਣੀ ਚਾਹੀਦੀ ਹੈ, ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ। ਚੰਦੂ ਅਰ ਓਮ ਰਾਵਣ ਰੁਖ ਲਖ। ਜਦੋਂ ਵਾਰ-ਵਾਰ ਚੰਦੂ ਕਹਿੰਦਾ ਹੈ, ਇਹ 2 ਉਮਰਾਵ 4 ਜਿਹੜੇ ਹੈ ਉਹ ਵੀ ਬਾਦਸ਼ਾਹ ਨੂੰ ਕਹਿ ਰਹੇ ਹਨ। ਸ਼ਾਹੋਰ ਦੇ ਪੀ ਚਾਹ ਕਰੇ। ਤੇ ਬਾਦਸ਼ਾਹ ਜਹਾਂਗੀਰ ਨੂੰ ਇਹਨਾਂ ਦੀ ਗੱਲ ਚੰਗੀ ਲੱਗੀ। ਇਹਨੇ ਵੀ ਇੱਛਾ ਕੀਤੀ ਵੀ ਜ਼ਰੂਰ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਕ ਵਾਰੀ ਕਚਹਿਰੀ ਵਿੱਚ ਸੱਦਣਾ ਚਾਹੀਏ। ਦਰਸ਼ਨ ਕਰਾਂ ਉਚਾਰਨ ਸੁਨਹੁ। ਵੇਖੀਏ ਸਹੀ ਗੁਰੂ ਅਰਜਨ ਦੇਵ ਜੀ ਦਾ ਚਿਹਰਾ, ਦਰਸ਼ਨ ਕਰਨੇ ਚਾਹੀਦੇ ਐ, ਨਾਲੇ ਕੁਝ ਪੁੱਛਾਂਗੇ, ਕੁਝ ਦੱਸ ਦੇਵਾਂਗੇ। ਨਿੰਦਾ ਸਿਫਤੀ ਬਹਾ ਜਿਸ ਕੇ। ਉਸ ਮਨੁੱਖ ਦੇ ਮੱਥੇ ਜ਼ਰੂਰ ਲੱਗਣਾ ਚਾਹੀਦਾ ਜਿਹਦੀ ਸਿਫਤ ਵੀ ਬੜੀ ਹੁੰਦੀ ਹੈ ਤੇ ਜਿਹਦੀ ਨਿੰਦਿਆ ਵੀ ਬੜੀ ਹੋ ਰਹੀ ਹੈ। ਜਿਹਦੀ ਨਿੰਦਾ ਕਰਨ ਵਾਲੇ ਵੀ ਬੜੇ ਐ ਸਾਡੇ ਕੋਲ, ਤੇ ਸਾਡੇ ਕੋਲ ਉਹਨਾਂ ਦੀ ਸਿਫਤ ਕਰਨ ਵਾਲੇ ਵੀ ਬੜੇ ਐ। ਇਹੋ ਜਿਹੇ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਕ ਵਾਰੀ ਮਿਲਣਾ ਜ਼ਰੂਰ ਚਾਹੀਦਾ ਹੈ। ਨਿਕਟ ਵਜੀਰਨ ਖਾਨ ਕੋ ਦੇਖਿਓ। ਤੋ ਸਾਧ ਸੰਗਤ, ਬਾਦਸ਼ਾਹ ਜਹਾਂਗੀਰ ਦੇ ਪਾਸ ਇੱਕ ਵਜ਼ੀਰ ਖਾਨ ਨਾਮ ਦਾ ਜਰਨੈਲ ਸੀ ਤੇ ਇਹ ਅੰਮ੍ਰਿਤਸਰ ਆਉਂਦਾ ਜਾਂਦਾ ਸੀ। ਗੁਰੂ ਅਰਜਨ ਦੇਵ ਸਾਹਿਬ ਦਾ ਬੜਾ ਸ਼ਰਧਾਲੂ ਸੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦਾ ਬਹੁਤ ਪ੍ਰੇਮ ਕਰਦਾ ਸੀ ਵਜ਼ੀਰ ਖਾਨ। ਇਹ ਵੀ ਬਾਦਸ਼ਾਹ ਜਹਾਂਗੀਰ ਦੇ ਕੋਲ ਖੜਿਆ ਹੋਇਆ ਹੈ। ਕਹਿਓ ਤਾਹੇ ਕੋ ਸਤਗੁਰ ਆਨ। ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਆਖਿਆ ਕਿ ਇਹ ਵਜ਼ੀਰ ਖਾਨ, ਜਾ ਤੂੰ ਜਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਡੇ ਕੋਲ ਲੈ ਕੇ ਆ। ਸੁਣ ਆਇਸ ਕੋ ਤਤ ਛਿਨ ਗਮਨਿਓ। ਸੁਣ ਕੇ ਆ ਗਿਆ ਵਜ਼ੀਰ ਖਾਨ, ਬੜੀ ਛੇਤੀ ਨਾਲ ਤੁਰਿਆ ਹੈ। ਜਿਸ ਥਾਲ ਸ਼੍ਰੀ ਅਰਜਨ ਭਗਵਾਨ। ਜਿੱਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਤਾਰ ਰਹੇ ਸੀ ਨਾ ਲਾਹੌਰ ਵਿੱਚ, ਵਜ਼ੀਰ ਖਾਂ ਹੱਲੇ ਨਾਲ ਉੱਥੇ ਪਹੁੰਚਿਆ ਹੈ। ਤਰ ਅਕੋਰ ਕੋ ਕਰਹਿ ਨਿਹੋਰਨ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ, ਉੱਥੇ ਵਜ਼ੀਰ ਖਾਂ ਵੀ ਦਰਸ਼ਨ ਕਰਨ ਆਇਆ। ਹਜੂਰ ਦੇ ਚਰਨੀ ਭੇਟਾ ਰੱਖੀ ਹੈ ਤੇ ਪਾਤਸ਼ਾਹ ਦੇ ਦਰਸ਼ਨ ਕੀਤੇ, ਹੱਥ ਜੋੜੇ ਹਨ। ਹਾਥ ਜੋਰ ਜੋਗ ਬੰਧਨ ਠਾਨ। ਦੋਵੇਂ ਹੱਥ ਜੋੜ ਕਰਕੇ ਇਸ ਪ੍ਰੇਮ ਦੇ ਭਰੇ ਹੋਏ ਵਜ਼ੀਰ ਖਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਵੈ। ਧੰਨਿ ਧੰਨਿ ਤੁਮ ਗਿਰਾ ਧੰਨਿ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤੁਸੀਂ ਧੰਨ ਹੋ। ਪਾਤਸ਼ਾਹ
ਤੁਹਾਡੀ ਬਾਣੀ ਗੁਰਬਾਣੀ ਬੜੀ ਧਨ ਹੈ। ਜਿਹ ਸੁਨ ਦੁਖ ਤੇ ਉਬਰੇ ਪ੍ਰਾਨ। ਜਿਹੜੀ ਤੁਸੀਂ ਤਾਂ ਧਨ ਹੋਈ, ਤੁਹਾਡੀ ਗੁਰਬਾਣੀ ਬੜੀ ਧਨਤਾ ਯੋਗ ਹੈ। ਜਿਹੜਾ ਵੀ ਤੁਹਾਡੀ ਗੁਰਬਾਣੀ ਸੁਣ ਲੈਂਦਾ ਹੈ, ਉਹ ਪ੍ਰਾਣ ਉਹਦੇ ਉਭਰ ਜਾਂਦੇ ਆ ਦੁੱਖ ਤੋਂ। ਉਹਦੀ ਪੀੜਾ, ਦੁੱਖ, ਕਲੇਸ਼, ਵਿਘਨ ਸਾਰੇ ਨਾਸ਼ ਹੋ ਜਾਂਦੇ ਹਨ। ਭਇਓ ਜਲੋਧਰ ਅਰਬਾਹ ਪੀਰਾ। ਫਿਰ ਦੱਸਣ ਲੱਗਿਆ, ਕਹਿੰਦਾ ਪਾਤਸ਼ਾਹ ਮੇਰੀ ਸ਼ਰਧਾ ਤੁਹਾਡੇ ਤੇ ਪਤਾ ਕਿਵੇਂ ਬਣੀ ਹੈ। ਮੈਨੂੰ ਜਲੋਧਰ ਦਾ ਰੋਗ ਸੀਗਾ, ਮੇਰੇ ਪੇਟ ਵਿੱਚ ਪਾਣੀ ਭਰ ਜਾਂਦਾ ਸੀ ਸੱਚੇ ਪਾਤਸ਼ਾਹ, ਤੇ ਬੜੀ ਪੀੜਾ ਉੱਠਦੀ ਸੀ ਦਿਨ ਰਾਤ ਹੀ। ਨਿਸਬਾਸੁਰ ਵਿਆਕੁਲਤਾ ਪਾਏ। ਤੇ ਦਿਨ ਰਾਤ ਮੈਂ ਵਿਆਕੁਲਤਾ ਪਾਉਂਦਾ ਸੀ, ਬੜਾ ਦੁੱਖ ਪ੍ਰਾਪਤ ਕਰਦਾ ਸਾਂ। ਹਾਏ ਹਾਏ ਕਰ ਪਰਿਓ ਪੁਕਾਰਤ। ਧਰਤੀ ਤੇ ਡਿੱਗ ਜਾਂਦਾ ਸੀ, ਹਾਏ ਹਾਏ ਕਰਦਾ ਸੀ। ਪੇਟ ਵਿੱਚ ਪਾਣੀ ਭਰਨ ਕਰਕੇ ਜਲੋਧਰੇ ਦੇ ਰੋਗ ਨਾਲ ਬੜਾ ਦੁਖੀ ਹੁੰਦਾ ਸੀ। ਕੇਸ ਹਕੀਮ ਤੇ ਸ਼ਾਂਤ ਨਾ ਆਏ। ਤੇ ਪਾਤਸ਼ਾਹ ਮੈਨੂੰ ਕਿਸੇ ਹਕੀਮ ਤੋਂ, ਕਿਸੇ ਵੈਦ ਤੋਂ ਸ਼ਾਂਤੀ ਨਹੀਂ ਮਿਲੀ। ਕਿਸੇ ਵੈਦ ਤੋਂ ਵੀ ਮੈਨੂੰ ਜਿਹੜਾ ਵਾ ਉਹ ਇਸ ਦੀ ਦਾਰੂ ਨਾ ਮਿਲੀ। ਕਿਸੇ ਵੈਦ ਤੋਂ ਮੇਰਾ ਦੁੱਖ ਨਾ ਕੱਟ ਹੋਇਆ। ਪਾਠ ਸੁਖ ਮਨੀ ਤੇ ਸੁਨ ਸੁਖ ਪਾ। ਤੇ ਇੱਕ ਦਿਨ ਮੈਂ ਜਲੋਧਰੇ ਦੇ ਰੋਗ ਨਾਲ ਤੜਫ ਰਿਹਾ ਸੀ, ਤੇ ਸਵੇਰੇ ਸਵੇਰੇ ਮੇਰੇ ਘਰ ਕੋਲੋਂ ਇੱਕ ਸਿੱਖ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦਾ ਲੰਘਿਆ। ਜਿਵੇਂ ਜਿਵੇਂ ਉਹ ਗੁਰਬਾਣੀ ਪੜ੍ਹ ਜਾਂਦਾ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਤੋ ਇਹੋ ਜਿਹੇ ਬਚਨ ਜਿਵੇਂ ਜਿਵੇਂ ਮੇਰੇ ਕੰਨਾਂ ਵਿੱਚ ਪੈਂਦੇ ਜਾਂਦੇ ਐ, ਸੁਖੀ ਬਸ ਐ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਇਹੋ ਜਿਹੇ ਬਚਨ ਸੁਣਦਾ, ਜਿਵੇਂ ਜਿਵੇਂ ਮਹਾਰਾਜ ਮੇਰੇ ਕੰਨਾਂ ਵਿੱਚ ਬਾਣੀ ਪੈਂਦੀ ਗਈ, ਮੈਨੂੰ ਘਰੇ ਤੜਫਦੇ ਹੋਏ ਨੂੰ ਸ਼ਾਂਤੀ ਮਿਲਣ ਲੱਗੀ। ਜਿਵੇਂ ਜਿਵੇਂ ਗੁਰਬਾਣੀ ਸੁਣਦਾ ਗਿਆ, ਫਿਰ ਉਹ ਸਿੱਖ ਨੂੰ ਮੈਂ ਕੋਲ ਬਿਠਾ ਕੇ ਸਾਰਾ ਸੁਖਮਣੀ ਸਾਹਿਬ ਦਾ ਜਾਪ ਜਿਹੜਾ ਉਹ ਸਿੱਖ ਤੋਂ ਮੈਂ ਸੁਣਨਾ ਕੀਤਾ। ਉਹਨੇ ਮੈਨੂੰ ਸਾਰੀ ਤੁਹਾਡੀ ਪਾਵਨ ਪਵਿੱਤਰ ਗੁਰਬਾਣੀ ਸੁਣਾਉਣਾ ਕੀਤੀ। ਵਿਆਧ ਗਈ ਤਤਕਾਲ ਨਸਾਏ। ਗੁਰੂ ਸੁਖਮਣੀ ਸਾਹਿਬ ਦੀ ਇੱਕ ਪਾਵਨ ਗੁਰਬਾਣੀ ਸੁਣਨ ਦੇ ਨਾਲ ਜਿਹੜਾ ਮੇਰਾ ਰੋਗ ਕਿਸੇ ਹਕੀਮ ਤੋਂ ਠੀਕ ਨਾ ਹੋਇਆ ਜਲੋਧਰੇ ਦਾ, ਤੇ ਉਹ ਮੇਰਾ ਰੋਗ ਸੁਖਮਣੀ ਸਾਹਿਬ ਦਾ ਜਾਪ ਸੁਣਨ ਦੇ ਨਾਲ ਛੇਤੀ ਦੇ ਨਾਲ ਹਟ ਗਿਆ ਸੀ। ਤਤ ਛਿਣ ਨਾਸ਼ ਹੋ ਗਿਆ ਸੀ। ਚੰਦੂ ਚਾਰੀ ਕਰਤ ਆਪ ਕੀ। ਤੋ ਸਾਧ ਸੰਗਤ ਜੀ, ਇਹ ਜਿਹੜਾ ਵਜ਼ੀਰ ਖਾਂ ਸੀ ਨਾ, ਇਹਨੂੰ ਜਲੋਧਰੇ ਦਾ ਰੋਗ ਸੀਗਾ, ਤੇ ਪਾਣੀ ਪੇਟ ਵਿੱਚ ਭਰਨ ਕਰਕੇ ਬੜਾ ਦੁਖੀ ਰਹਿੰਦਾ। ਕਿਸੇ ਹਕੀਮ ਤੋਂ ਇਹਨੂੰ ਆਰਾਮ ਨਾ ਆਇਆ, ਕਿਸੇ ਹਕੀਮ ਕੋਲ ਦਵਾ ਨਾ ਕਾਰਗਰ ਹੋਈ, ਸਿੱਧ ਹੋਈ, ਤੜਫਿਆ ਕਰੇ। ਇੱਕ ਸਿੱਖ ਇਹਦੇ ਘਰ ਕੋਲੋਂ ਲੰਘਿਆ ਅੰਮ੍ਰਿਤ ਵੇਲੇ, ਸੁਖਮਣੀ ਸਾਹਿਬ ਦੀ ਬਾਣੀ ਉਹਨੂੰ ਕੰਠ ਸੀਗੀ। ਗੁਰਬਾਣੀ ਪੜ੍ਹਦੇ ਹੋਏ ਸਿੱਖ ਦੇ ਮੂੰਹ ਦੀ ਬੋਲਦੀ ਆਵਾਜ਼ ਜਿਹੜੀ ਕੰਨੀ ਪਈ, ਵਜ਼ੀਰ ਖਾਂ ਦੁਰਸਤ ਹੋਇਆ। ਕੁਝ ਦਿਨ ਇਹਨੇ ਸਿੱਖ ਨੂੰ ਘਰੇ ਰੱਖ ਕੇ ਤੇ ਸੁਖਮਣੀ ਸਾਹਿਬ ਦੀ ਬਾਣੀ ਸੁਣੀ ਸੀ। ਇਹਦਾ ਜਲੋਧਰੇ ਦਾ ਰੋਗ ਤਾਂ ਠੀਕ ਹੋ ਗਿਆ, ਪਰ ਪੇਟ ਵਿੱਚ ਜਿਹੜਾ ਪਹਿਲਾਂ ਦਾ ਭਰਿਆ ਪਾਣੀ ਸੀ ਉਸੇ ਤਰ੍ਹਾਂ ਰਿਹਾ। ਇਹਨੇ ਸਿੱਖ ਨੂੰ ਬੇਨਤੀ ਕੀਤੀ ਵੀ ਗੁਰਬਾਣੀ ਤੂੰ ਜਿਹੜੀ ਕਲਾਮ ਪੜ੍ਹ ਕੇ ਸੁਣਾਈ ਆ, ਰੋਗ ਤਾਂ ਮੇਰਾ ਠੀਕ ਹੋ ਗਿਆ ਹੈ, ਪਰ ਪੇਟ ਵਿੱਚ ਪਾਣੀ ਉਸੇ ਤਰ੍ਹਾਂ ਭਰਿਆ ਹੋਇਆ, ਤੇ ਕੀ ਇਹਦੇ ਨਾਲ ਜਾਣ ਨੂੰ ਖਤਰਾ ਹੋਵੇ, ਤੇ ਮੈਨੂੰ ਜ਼ਰੂਰ ਕੋਈ ਤੂੰ ਹੋਰ ਕਿਰਪਾ ਕਰ ਵੀ ਪਾਣੀ ਪੇਟ ਦਾ ਕਿਸੇ ਤਰ੍ਹਾਂ ਨਾਸ਼ ਹੋ ਜਾਵੇ, ਨਿਕਲ ਜਾਵੇ। ਉਹਨਾਂ ਆਖਿਆ ਕਿ ਭਾਈ ਮੇਰੇ ਵੱਸ ਕੁਝ ਨਹੀਂ, ਇਹ ਤਾਂ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਮੈਂ ਤੈਨੂੰ ਸੁਣਾਈ ਹੈ, ਤੇ ਜੇ ਹੋਰ ਅਜੇ ਕੁਝ ਚਾਹਣਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਅੰਮ੍ਰਿਤਸਰ ਸਾਹਿਬ ਜਾ ਕੇ ਦਰਸ਼ਨ ਕਰ। ਇਹ ਵਜ਼ੀਰ ਖਾਂ ਸਾਧ ਸੰਗਤ ਜੀ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਗਿਆ ਸੀ। ਉੱਥੇ ਉਹਨਾਂ ਸਮਿਆਂ ਵਿੱਚ ਅੰਮ੍ਰਿਤ ਸਰੋਵਰ ਦੀ ਸੇਵਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਮਿੱਟੀ ਦੀ ਪਟਾਈ ਹੋ ਰਹੀ ਸੀ ਸਰੋਵਰ ਵਿੱਚੋਂ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨੀ ਨੇ ਮੱਥਾ ਟੇਕਿਆ, ਬੇਨਤੀ ਕੀਤੀ, ਪਾਤਸ਼ਾਹ ਵੀ ਤੁਹਾਡੀ ਗੁਰਬਾਣੀ ਸੁਖਮਣੀ ਸਾਹਿਬ ਸਿੱਖ ਦੇ ਮੂੰਹ ਸੁਣਨ ਦੇ ਨਾਲ ਮੇਰਾ ਜਲੋਧਰੇ ਦਾ ਰੋਗ ਤਾਂ ਨਾਸ਼ ਹੋ ਗਿਆ ਹੈ, ਪਰ ਪੇਟ ਵਿੱਚ ਪਾਣੀ ਤਕਲੀਫ ਦਿੰਦਾ ਹੈ। ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਦਇਆ ਕਰੋ ਮੇਰੇ ਤੇ। ਤੇ ਹੁਣ ਇਹ ਨਵਾਂ ਸੀ, ਕੋਈ ਕੀ ਜਾਣਦਾ ਸੀ ਇੱਥੇ ਵਜ਼ੀਰ ਖਾਂ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅੱਛਾ, ਉਦੋਂ ਗੁਰੂ ਅਰਜਨ ਦੇਵ ਸਾਹਿਬ ਜਿੱਥੇ ਸਾਧ ਸਿੰਘ ਜੀ 68 ਥੜਾ ਸਾਹਿਬ ਹੈ ਨਾ, ਇੱਥੇ ਸਨ, ਤੇ ਬਾਬਾ ਬੁੱਢਾ ਸਾਹਿਬ ਜੀ ਉਹ ਪਰੇ ਉੱਤਰ ਦੀ ਬਾਹੀ ਤੇ ਜਿਹੜਾ ਬਾਬਾ ਬੁੱਢਾ ਸਾਹਿਬ ਬੇਰ ਸਾਹਿਬ ਹੈ, ਇੱਥੇ ਸੇਵਾ ਕਰਾਉਂਦੇ ਹੁੰਦੇ ਸਨ।
ਮਹਾਰਾਜ ਕਹਿੰਦੇ ਉਹ ਦੂਰ ਜਿਹੜਾ ਚਿੱਟੇ ਦਾੜੇ ਵਾਲਾ ਚਿੱਟੇ ਲਿਬਾਸ ਵਿੱਚ ਦਿਸਦਾ ਨਾ ਉਹ ਵੈਦ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਦਾ ਵੈਦ ਰੱਖਿਆ ਹੋਇਆ ਹੈ, ਉਹਦੇ ਕੋਲ ਦਵਾਈ ਲੈ ਲਾ ਜਾ ਕੇ ਤੇ ਤੈਨੂੰ ਆਰਾਮ ਆ ਜਾਵੇਗਾ। ਇਹਨੂੰ ਕੀ ਪਤਾ ਸੀ ਵੀ ਬਾਬਾ ਬੁੱਢਾ ਸਾਹਿਬ ਵੈਦ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਹੀ ਬਣਾਏ ਹੋਏ ਆ, ਕੋਈ ਆ ਸੰਸਾਰੀ ਤੌਰ ਤੇ ਵੈਦ ਨਹੀਂ। ਜਾ ਕੇ ਹੱਥ ਜੋੜ ਕੇ ਖੜ ਗਿਆ ਤੇ ਬਾਬਾ ਬੁੱਢਾ ਸਾਹਿਬ ਜੀ ਮਿੱਟੀ ਦਾ ਟੋਕਰਾ ਭਰ ਕੇ ਸਿਰ ਤੇ ਚੁੱਕਿਆ ਹੋਇਆ ਸਰੋਵਰ ਚੋਂ ਬਾਹਰ ਨਿਕਲਦੇ ਆਉਣ। ਇਹਨੇ ਜਾ ਕੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਹੇ ਮਹਾਂਪੁਰਖੋ ਵੈਦ ਜੀ, ਮੈਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭੇਜਿਆ, ਕਿਰਪਾ ਕਰੋ, ਜਲੋਦਰੇ ਦਾ ਰੋਗ ਹੈ ਮੈਨੂੰ, ਤੇ ਉਹਦੀ ਮੈਨੂੰ ਦਵਾ ਮਰਜ਼ ਮੇਰੀ ਠੀਕ ਹੋ ਜਾਵੇ, ਦਵਾ ਕਰਕੇ ਦਿਓ। ਬਾਬਾ ਬੁੱਢਾ ਸਾਹਿਬ ਜੀ ਦਾ ਸੁਭਾਅ ਐਸਾ ਹੀ ਸੀ, ਕਹਿੰਦੇ ਨਾ ਬਾਈ ਸਾਨੂੰ ਸੇਵਾ ਕਰਨ ਦੇ ਵਿਘਨ ਨਾ ਪਾ, ਜਿਹਦੇ ਕੋਲੋਂ ਆਇਆ ਨਾ ਗੁਰੂ ਅਰਜਨ ਦੇਵ ਸਾਹਿਬ ਉਹੀ ਸਾਰਾ ਕੁਝ ਕਰਨ ਵਾਲੇ, ਉੱਥੇ ਜਾ। ਤੇ ਫਿਰ ਟੋਕਰਾ ਭਰਨ ਵਾਸਤੇ ਸਰੋਵਰ ਵਿੱਚ ਵੜ ਗਏ। ਉਹ ਫਿਰ ਜਦੋਂ ਬਾਹਰ ਆਉਣ ਕਰਨ ਤੇ ਖਹਿੜੇ ਪਿਆ ਹੋਇਆ ਵਜ਼ੀਰ ਖਾਂ, ਨਹੀਂ ਤੁਸੀਂ ਮੈਨੂੰ ਦਵਾਈ ਜ਼ਰੂਰ ਦਿਓ, ਜ਼ਰੂਰ ਦਿਓ। ਉਹ ਆਖਣ ਕਿ ਨਾ ਸਾਡੀ ਸੇਵਾ ਵਿੱਚ ਵਿਘਨ ਪਾ, ਤੂੰ ਜਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੈਨੂੰ ਵੈਸੇ ਕਹਿੰਦੇ ਪਏ, ਉਹਨਾਂ ਦੇ ਚਰਨ ਫੜ, ਸਾਡੇ ਕੋਲ ਕੀ ਆ, ਅਸੀਂ ਤਾਂ ਗੁਰੂ ਘਰ ਦੇ ਭਾਂਡੇ ਮਾਂਜਣ ਵਾਲੇ ਆ। ਜਦੋਂ ਨਾ ਹਟਿਆ ਤੇ ਗੁੱਸੇ ਦੇ ਵਿੱਚ ਆ ਕੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀਆਂ ਨਾ ਇਹਦੇ ਪੇਟ ਤੇ ਭਰਿਆ ਮਿੱਟੀ ਦਾ ਟੋਕਰਾ ਮਾਰਿਆ ਚਲਾ ਕੇ, ਜਰਵਾਣੇ ਸਨ। ਜਿੰਨਾ ਪਾਣੀ ਪਿਆ ਹੋਇਆ ਸੀ ਪੇਟ 'ਚ ਜਦੇ ਹੀ ਬਾਹਰ ਨਿਕਲ ਗਿਆ ਤੇ ਦਰੁਸਤ ਹੋ ਗਿਆ, ਧਰਤੀ ਤੇ ਡਿੱਗ ਪਿਆ। ਹੋਸ਼ ਆਈ ਤੇ ਸਾਰਾ ਪਾਣੀ ਪੇਟ ਦਾ ਜਿਹੜਾ ਮੂੰਹ ਦੇ ਰਾਹੀਂ ਸਾਰਾ ਬਾਹਰ ਨਿਕਲ ਗਿਆ ਤੇ ਉਸੇ ਵੇਲੇ ਹੀ ਦਰੁਸਤ ਹੋ ਗਿਆ। ਇਸ ਤਰ੍ਹਾਂ ਉਹ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਿੱਖਾਂ ਦੇ ਵਿੱਚ ਦੀ ਵਰਤਦੇ ਰਹੇ ਹੈ। ਤੇ ਇਹ ਵਜ਼ੀਰ ਖਾਂ ਫਿਰ ਯਾਦ ਕਰਾਉਂਦਾ, ਪਾਤਸ਼ਾਹ ਜੀ ਮੈਂ ਉਹ ਵਜ਼ੀਰ ਖਾਂ ਆ ਜਿਹਦਾ ਤੁਸੀਂ ਜਲੋਦਰੇ ਦਾ ਰੋਗ ਕੱਟਿਆ ਸੀ। ਪਾਤਸ਼ਾਹ ਮੇਰੀ ਬੜੀ ਸ਼ਰਧਾ ਤੁਹਾਡੇ ਚਰਨਾਂ ਤੇ, ਪਰ ਜਿਹੜਾ ਚੰਦੂ ਆ ਨਾ, ਚੰਦੂ ਚਾਰੀ ਕਰਤ ਆਪ ਕੀ, ਤੁਹਾਡੀ ਚੁਗਲੀ ਸਦਾ ਜਹਾਂਗੀਰ ਦੇ ਬਾਦਸ਼ਾਹ ਦੇ ਕੋਲ ਚੰਦੂ ਕਰਦਾ ਰਹਿੰਦਾ, ਤੁਹਾਡੀ ਬੜੀ ਨਿੰਦਿਆ ਕਰਦਾ ਹੈ, ਅਣਹੋਈਆਂ ਗੱਲਾਂ ਬੜੀਆਂ ਚੁੱਕਾਂ ਦਿੰਦਾ ਹੈ। ਬਹੁ ਦਿਨ ਬੀਤੇ ਕਰਤ ਉਪਾਏ, ਉਹ ਤੁਹਾਨੂੰ ਸ਼ਹੀਦ ਕਰਨ ਦੇ ਬੜੇ ਉਪਾਅ ਕਰਦਾ ਹੈ, ਬੜੇ ਦਿਨ ਲੰਘ ਗਏ ਉਹਨੂੰ ਗੋਂਦਾਂ ਗੁੰਦਦੇ ਨੂੰ। ਬਾਰ ਬਾਰ ਸੁਨ ਸਾਹੋ ਵਿਚਲ ਗਾ, ਤੇ ਵਾਰ-ਵਾਰ ਤੁਹਾਡੇ ਉੱਤੇ ਇਲਜ਼ਾਮ ਲਾਉਂਦਾ ਹੈ ਚੰਦੂ ਪਾਪੀ, ਤੇ ਹੁਣ ਬਾਦਸ਼ਾਹ ਜਹਾਂਗੀਰ ਵੀ ਉਹਦੇ ਪਿੱਛੇ ਲੱਗ ਚੁੱਕਾ ਹੈ। ਹੁਣ ਉਮਰਾਵ ਸਹਾਏ ਦੀਵਾਨ, ਕਿਉਂਕਿ ਜਿੰਨੇ ਉਮਰਾਵ ਹੈ ਨਾ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ, ਸਾਰੇ ਹੀ ਚੰਦੂ ਪਾਪੀ ਦੇ ਖਰੀਦੇ ਹੋਏ ਹੈ, ਚੰਦੂ ਦੀ ਹਾਂ ਵਿੱਚ ਹਾਂ ਭਰਦੇ ਹਨ। ਸੋ ਹੈ ਕਹਾਵਤ ਭਰਮ ਉਪਾਵਤ, ਜਿਵੇਂ ਚਾਹੁੰਦਾ ਚੰਦੂ ਉਵੇਂ ਕਹਾ ਲੈਂਦਾ ਹੈ ਬਾਦਸ਼ਾਹ ਦੇ ਬੰਦਿਆਂ ਤੋਂ। ਜਹਾਂਗੀਰ ਦੇ ਜਿੰਨੇ ਕੋਈ ਅਮੀਰ ਵਜ਼ੀਰ ਹੈ ਉਹਨਾਂ ਤੋਂ ਜਿਵੇਂ ਚਾਹੁੰਦਾ ਪਾਤਸ਼ਾਹ ਉਵੇਂ ਕਹਾ ਲੈਂਦਾ ਚੰਦੂ ਪਾਪੀ। ਇਸ ਕਰਕੇ ਬਾਦਸ਼ਾਹ ਵੀ ਉਹਨਾਂ ਦੇ ਮਗਰ ਲੱਗ ਚੁੱਕਾ ਹੈ। ਏਵ ਸੁਨਾਵਤ ਦੁਸ਼ਟ ਮਹਾਨ, ਤੇ ਇਸ ਤਰ੍ਹਾਂ ਤੁਹਾਡੇ ਤੇ ਤਰ੍ਹਾਂ ਤਰ੍ਹਾਂ ਦੇ ਚੋਰੀ ਦੇ, ਡਕੈਤੀ ਦੇ ਹੋਰ ਬੜੇ ਇਲਜ਼ਾਮ ਲਾਉਂਦਾ ਚੰਦੂ ਪਾਪੀ। ਤੇ ਦੀਵਾਨ ਜਿਹੜੇ ਆ ਹੋਰ ਉਮਰਾਵ ਹੈ, ਵਜ਼ੀਰ ਹੈ, ਚੰਦੂ ਦੇ ਖਰੀਦੇ ਹੋਏ, ਉਹ ਚੰਦੂ ਪਾਪੀ ਦੀ ਹਾਂ ਵਿੱਚ ਹਾਂ ਭਰਦੇ ਹਨ। ਹਜ਼ਰਤ ਤਉ ਵਡਾਈ ਰਾਖਤ, ਭਾਵੇਂ ਬਾਦਸ਼ਾਹ ਜਹਾਂਗੀਰ ਤੁਹਾਡੀ ਬੜੀ ਵਡਿਆਈ ਸਤਿਕਾਰ ਰੱਖਦਾ ਹੈ। ਸ੍ਰੀ ਨਾਨਕ ਗਾਦੀ ਪਰ ਜਾਨ, ਤੁਹਾਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਗੱਦੀ ਤੇ ਜਾਣ ਕਰਕੇ ਕਰੇ ਕਾਰਨ ਦਰਸ਼ਨ ਕਾਰਨ, ਬਾਦਸ਼ਾਹ ਜਹਾਂਗੀਰ ਨੇ ਤੁਹਾਨੂੰ ਦਰਸ਼ਨਾਂ ਵਾਸਤੇ ਆਪਣੀ ਕਚਹਿਰੀ ਵਿੱਚ ਸੱਦਿਆ ਹੈ। ਬਾਕ ਸੁਣਨ ਕੀ ਚਿਤਰੁਚ ਠਾਨ, ਤੁਹਾਡੇ ਮੂੰਹੋਂ ਕੁਝ ਬਚਨ ਬਿਲਾਸ ਸੁਣਨ ਦੀ ਜਿਹੜੀ ਇੱਛਾ ਹੈ ਉਹ ਬਾਦਸ਼ਾਹ ਸਲਾਮਤ ਨੇ ਕੀਤੀ ਹੈ। ਪਠਿਓ ਆਪ ਢਿਗ ਮੈਂ ਚੱਲ ਆਇਆ, ਮੈਨੂੰ ਬਾਦਸ਼ਾਹ ਨੇ ਹੁਕਮ ਦੇ ਕੇ ਭੇਜਿਆ, ਤੁਹਾਡੇ ਪਾਸ ਮੈਂ ਚੱਲ ਕੇ ਆਇਆ ਬੇਨਤੀ ਲੈ ਕਰਕੇ। ਦੇਹੋ ਦਰਸ਼ਨ ਕੋ ਬਿਰਦ ਕਿਰਪਾਲ, ਤੁਹਾਡੇ ਕਿਰਪਾ ਦੇ ਆਲਾ ਘਰ ਤੁਹਾਡਾ ਬਿਰਦ ਹੈ ਮਹਾਰਾਜ, ਸਭ ਤੇ ਕਿਰਪਾ ਕਰਨਾ, ਦਇਆ ਕਰੋ ਸੱਚੇ ਪਾਤਸ਼ਾਹ ਜੀ। ਮੇਰੀ ਬੇਨਤੀ ਮੰਨ ਕੇ ਆਪ ਜੀ ਬਾਦਸ਼ਾਹ ਜਹਾਂਗੀਰ ਦੇ ਪਾਸ ਦਰਸ਼ਨ ਬਖਸ਼ਿਸ਼ ਕਰੋ। ਸੁਣ ਸ੍ਰੀ ਅਰਜਨ ਬਾਕ ਬਖਾਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੁਣ ਕੇ ਵਜ਼ੀਰ ਖਾਂ ਦੇ ਬਚਨਾਂ ਨੂੰ
ਇਉਂ ਜਿਹੜੇ ਵੈ ਫਰਮਾਨ ਕੀਤਾ ਹੈ। ਹਮ ਏਸੋ ਹਿਤ ਆਏ ਮਗ ਚਾਲ। ਫਿਕਰ ਨਾ ਕਰ ਵਜ਼ੀਰ ਖਾਂ, ਅਸੀਂ ਇਸੇ ਕੰਮ ਵਾਸਤੇ ਇੱਥੇ ਆਏ ਹਾਂ, ਅਸੀਂ ਕੋਈ ਮੁੜਨ ਵਾਸਤੇ ਨਹੀਂ ਆਏ। ਅਸੀਂ ਇਸੇ ਵਾਸਤੇ ਹੀ ਆਏ ਹਾਂ, ਬਾਦਸ਼ਾਹ ਦੀ ਨਿਸ਼ਾ ਕਰਾਉਣ ਵਾਸਤੇ ਹੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੇ ਰਸਤੇ ਚੱਲ ਕੇ ਆਏ ਹਾਂ। ਕਰਤ ਪ੍ਰਤੀਖਣ ਸਮਾ ਸੋ ਪਹੁੰਚਿਓ। ਤੇ ਜੇ ਸਮੇਂ ਦੀ ਅਸੀਂ ਉਡੀਕ ਕਰਦੇ ਸੀਗੇ, ਉਹ ਸਮਾਂ ਅੱਜ ਆਣ ਪਹੁੰਚਿਆ ਹੈ। ਇਮ ਕਹਿ ਭਏ ਤਿਆਰ ਤਿਸ ਨਾਲ। ਇਹ ਬਚਨ ਕਹਿ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਵਜ਼ੀਰ ਖਾਂ ਦੇ ਨਾਲ ਕਚਹਿਰੀ ਵਿੱਚ ਜਾਣ ਲਈ ਤਿਆਰ ਹੋ ਗਏ ਆ। ਚੜ ਖਾਸੇ ਪਰ ਗਮਨੇ ਸਤਿਗੁਰ। ਸਤਿਗੁਰੂ ਜੀ ਪਾਲਕੀ ਉੱਪਰ ਚੜ ਕਰਕੇ ਕਚਹਿਰੀ ਨੂੰ ਤੁਰ ਪਏ ਹਨ। ਪੰਜ ਸਿੱਖ ਲੈ ਸੰਗ ਵਿਸਾਲ। ਤੇ ਪੰਜ ਸੱਚੇ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਪੈੜਾ, ਪੁਰਾਣਾ ਭਾਈ ਲੰਗਾ ਵਰਗੇ ਗੁਰਮੁਖ ਪਿਆਰੇ ਜਿਹੜੇ ਨਾਲ ਲੈ ਲਏ ਆ। ਕਰ ਹੈ ਹਜ਼ਾਰਾਂ ਬੰਧਨ ਮਗ ਮਹਿ। ਜਦੋਂ ਪਾਤਸ਼ਾਹ ਤੁਰਦੇ ਐ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕਰਦੀਆਂ। ਜਿੱਧਰ ਨੂੰ ਹਜ਼ੂਰ ਜਾਂਦੇ ਐ, ਸਾਰਾ ਪਾਸਾ ਝੁਕ ਜਾਂਦਾ ਹੈ। ਖਰੇ ਹੋਏ ਪੇਖੋ ਹਿਤ ਸਨਮਾਨ। ਸੰਗਤਾਂ ਸਤਿਕਾਰ ਕਰਦੀਆਂ ਹਜ਼ੂਰ ਦਾ, ਖੜੀਆਂ ਹੋ ਕੇ ਅੱਡੀਆਂ ਚੁੱਕ ਚੁੱਕ ਕੇ ਮਹਾਰਾਜ ਦਾ ਮੁਖ ਦੇਖਦੀਆਂ ਹਨ। ਧੰਨ ਧੰਨ ਗੁਰ ਸੁਜਾਸ ਉਚਾਰੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਧੰਨ ਹੋ ਪਾਤਸ਼ਾਹ ਮਹਾਰਾਜ, ਆਪ ਧੰਨ ਹੋ। ਇਸ ਤਰ੍ਹਾਂ ਜਿੰਨੀ ਸਿੱਖ ਸੰਗਤ ਹੈ ਹਜ਼ੂਰ ਦੇ ਦਰਸ਼ਨ ਕਰਦੀ ਸੋਭਾ ਗਾ ਰਹੀ ਹੈ। ਸੁਣਤ ਚਲਤ ਜਾਸ ਕੋ ਨਿਜ ਕਾਨ। ਪਾਤਸ਼ਾਹ ਆਪ ਦੀ ਸੋਭਾ ਸੁਣਦੇ ਹੋਏ ਕਚਹਿਰੀ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਐ। ਸੁਧ ਵਜ਼ੀਰ ਖਾਂ ਕਰੀ ਅਗਾਰੀ। ਜਦੋਂ ਕਚਹਿਰੀ ਪਾਸ ਪਹੁੰਚੇ ਤੇ ਇੱਕ ਮਨੁੱਖ ਭੇਜ ਦਿੱਤਾ। ਵਜ਼ੀਰ ਖਾਂ ਨੇ ਇਹ ਪਹਿਲਾਂ ਹੀ ਖਬਰ ਕਰ ਦਿੱਤੀ ਕਚਹਿਰੀ ਦੇ ਅੰਦਰ, ਪਹੁੰਚੇ ਆਏ ਗੁਰੂ ਭਗਵਾਨ। ਵੀ ਦੱਸ ਦਿਓ ਜਾ ਕੇ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਖਟ ਭਗਾ ਸੰਪੰਨ ਪ੍ਰਭੂ ਪਰਮੇਸ਼ਰ ਆਣ ਪਹੁੰਚੇ ਐ। ਉੱਚਾ ਸਨ ਕਹਿ ਕੈਡ ਸੁਭਾਇਓ। ਇਹ ਵਜ਼ੀਰ ਖਾਂ ਨੇ ਕਹਿ ਕੇ ਉੱਚਾ ਆਸਨ ਗੁਰੂ ਅਰਜਨ ਦੇਵ ਸਾਹਿਬ ਦਾ ਲਵਾ ਦਿੱਤਾ ਹੈ। ਵੇਖਿਓ ਚੰਦੂ ਦੁਖਿਓ ਦੇਖ ਸਨਮਾਨ। ਇਹ ਚੰਦੂ ਜਿਹੜਾ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਦੀ ਸੋਭਾ ਵੇਖ ਕੇ, ਉੱਚਾ ਆਸਣ ਵੇਖ ਕੇ ਨਾ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਇਹਦਾ ਮਨ ਬੜਾ ਦੁਖੀ ਹੋਇਆ। ਹਜ਼ੂਰ ਦਾ ਸਨਮਾਨ ਸਤਿਕਾਰ ਦੇਖ ਕੇ ਬੜਾ ਦੁਖੀ ਹੋਇਆ ਹੈ। ਇਤਨੇ ਮਹਿ ਗੁਰ ਦਰਸ਼ਨ ਦੀਨਸ। ਇੰਨੇ ਨੂੰ ਕਚਹਿਰੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਣ ਪਹੁੰਚੇ ਐ। ਸਾਦਰ ਕਹਿ ਕਰ ਤਾਹਾਂ ਬਿਠਾਏ। ਬਾਦਸ਼ਾਹ ਨੇ ਸਤਿਕਾਰ ਕਰਕੇ ਹਜ਼ੂਰ ਮਹਾਰਾਜ ਨੂੰ ਆਪਣੇ ਕੋਲ ਬਿਠਾ ਲਿਆ ਹੈ। ਸਾਹੋ ਨਮਿਓ ਗੁਰ ਕੁਸ਼ਲ ਪ੍ਰਸ਼ਨ ਕਰ। ਸਤਿਗੁਰਾਂ ਨੂੰ ਰਾਜੀ ਖੁਸ਼ੀ ਪੁੱਛੀ ਐ ਬਾਦਸ਼ਾਹ ਜਹਾਂਗੀਰ ਨੇ ਬੜੀ ਨਿਮਰਤਾ ਨਾਲ। ਹੇਰ ਹੇਰ ਸਭ ਸੀਸ ਨਿਵਾਏ। ਜਿੰਨੇ ਦਰਬਾਰ ਵਿੱਚ ਸਾਧ ਸੰਗਤ ਜੀ ਅਮੀਰ ਵਜ਼ੀਰ ਬੈਠੇ ਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਿਹਰੇ ਦਾ ਨੂਰ ਵੇਖ ਵੇਖ ਕੇ, ਪਾਤਸ਼ਾਹ ਦਾ ਪ੍ਰਤਾਪ ਵੇਖ ਵੇਖ ਕੇ ਕਿਸੇ ਤੋਂ ਰਹਿ ਨਹੀਂ ਹੁੰਦਾ। ਸਭ ਸੀਸ ਨਿਵਾ ਰਹੇ ਆ, ਸਾਰਿਆਂ ਦੇ ਸੀਸ ਝੁਕ ਰਹੇ ਹਨ। ਪੁਨ ਹਜ਼ਰਤ ਨੇ ਬੁਝਨ ਕੀਨਾ। ਫਿਰ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨੂੰ ਇਉਂ ਪੁੱਛਣ ਲੱਗਿਆ ਹੈ, ਹਿੰਦ ਤੁਰਕ ਜੇ ਬਾਦ ਵਧਾਏ। ਕਿ ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਜਿਹੜਾ ਮੁਸਲਮਾਨ ਤੇ ਹਿੰਦੂ ਆਪਸ ਵਿੱਚ ਝਗੜਾ ਵਧਾ ਰਹੇ ਆ, ਬਹੁਤ ਵੱਡਾ ਤੇੜ ਪਈ ਹੋਈ ਹੈ। ਹਿੰਦੂ ਤੇ ਮੁਸਲਮਾਨ ਇੱਕ ਦੂਜੇ ਦੀ ਕਤਲੋ ਗਾਰਤ ਕਰਦੇ ਆ, ਬੜਾ ਝਗੜਾ ਕਰਦੇ ਆ, ਬੜਾ ਵਾਦ ਵਿਵਾਦ ਉਠਾਉਂਦੇ ਹਨ। ਨਿਜੋ ਨਿਜ ਕੋ ਮਨ ਹੈ ਹਮ ਦੀਰਘ। ਹਿੰਦੂ ਕਹਿੰਦੇ ਅਸੀਂ ਵੱਡੇ ਆ, ਮੁਸਲਮਾਨ ਕਹਿੰਦੇ ਅਸੀਂ ਵੱਡੇ ਹਾਂ। ਕਹੈ ਪਿਸਤ ਆ ਇੱਕ ਦੋਜਕ ਜਾਏ। ਤੇ ਮੁਸਲਮਾਨ ਕਹਿੰਦੇ ਆ ਵੀ ਅਸੀਂ ਪਿਸਤ ਵਿੱਚ ਜਾਵਾਂਗੇ, ਸਵਰਗਾਂ ਵਿੱਚ। ਹਿੰਦੂ ਕਾਫਰ ਹੈ, ਇਹ ਨਰਕਾਂ ਵਿੱਚ ਜਾਣਗੇ। ਤੇ ਹਿੰਦੂ ਕਹਿੰਦੇ ਆ ਵੀ ਅਸੀਂ ਸਵਰਗ ਵਿੱਚ ਜਾਵਾਂਗੇ, ਮੁਸਲਮਾਨ ਮਲੇਸ਼ ਹੈ, ਇਹ ਨਰਕਾਂ ਵਿੱਚ ਜਾਣਗੇ। ਆਪਦੇ ਆਪ ਨੂੰ ਸਾਰੇ ਵੱਡੇ ਕਹਾਉਂਦੇ। ਹਿੰਦੂ ਕਹਿੰਦੇ ਅਸੀਂ ਰਾਮ ਪਰਮੇਸ਼ਰ ਬ੍ਰਹਮ ਦੀ ਅੰਸ਼ ਹਾਂ, ਅਸੀਂ ਬ੍ਰਹਮ ਦੇ ਪੁੱਤਰ ਹਾਂ। ਤੇ ਮੁਸਲਮਾਨ ਕਹਿੰਦੇ ਅਸੀਂ ਅੱਲਾ ਦੇ ਵਾਰਸ ਹਾਂ। ਤੋ ਇੱਕ ਦੂਜੇ ਨੂੰ ਵੱਡਾ ਕਹਾਉਂਦੇ ਹੈ। ਮੁਸਲਮਾਨ ਕਹਿੰਦੇ ਹਿੰਦੂ ਨਰਕ 'ਚ ਜਾਣਗੇ, ਇਹ ਕਾਫਰ ਹੈ। ਤੇ ਹਿੰਦੂ ਕਹਿੰਦੇ ਆ ਮੁਸਲਮਾਨ ਨਰਕ ਨੂੰ ਜਾਣਗੇ, ਦੋਜਕ ਨੂੰ ਜਾਣਗੇ, ਕਿਉਂਕਿ
ਜਿਹੜੇ ਮੁਸਲਮਾਨ ਹੈ ਮਲੇਸ਼ ਹਨ। ਦੋਨਾਂ ਮਹਿ ਕੋ ਸਾਹਿਬ ਜਾਣੈ। ਤੁਸੀਂ ਦੱਸੋ ਵੀ ਦੋਵਾਂ ਚੋਂ ਵੱਡਾ ਕਿਹੜਾ ਹੈ? ਹਿੰਦੂ ਵੱਡਾ ਕਿ ਮੁਸਲਮਾਨ? ਦੋਵਾਂ ਚੋਂ ਦੱਸੋ ਆਪ ਜੀ ਮਹਾਰਾਜ ਕਿਹੜਾ ਵੱਡਾ ਹੈ, ਕਿਹੜਾ ਉੱਤਮ ਹੈ, ਕਿਹੜਾ ਪਵਿੱਤਰ ਹੈ? ਕਿਸ ਪਾਰ ਕਰਨਾ ਕਰੈ ਖੁਦਾਏ। ਜਿਹੜਾ ਅੱਲਾਹ ਤਾਲਾ ਖੁਦਾ ਹੈ ਉਹ ਹਿੰਦੂ ਪਰ ਜ਼ਿਆਦਾ ਮਿਹਰਬਾਨ ਹੈ ਕਿ ਮੁਸਲਮਾਨ ਉੱਪਰ? ਕਿਹਦੇ ਉੱਪਰ ਮਿਹਰ ਕਰੇਗਾ ਅੱਲਾਹ ਤਾਲਾ? ਕੌਣ ਸੱਚ ਕਹਿ ਕੂਰ ਕਹਿ ਕੋ। ਕੌਣ ਸੱਚਾ ਹੈ? ਹਿੰਦੂ ਸੱਚਾ ਹੈ ਕਿ ਮੁਸਲਮਾਨ ਸੱਚਾ ਹੈ? ਸੰਸਾਰ ਵਿੱਚ ਇਸਲਾਮ ਸੱਚਾ ਹੈ ਕਿ ਸਨਾਤਨ ਮਤ ਸੱਚਾ ਹੈ? ਇਹ ਸੰਸੈ ਮੇਰੇ ਮਨ ਆਏ। ਮੇਰੇ ਮਨ ਵਿੱਚ ਸੰਸਾ ਬੜੇ ਸਮੇਂ ਤੋਂ ਆ ਰਿਹਾ ਹੈ। ਹਿੰਦੂ ਕਹਿੰਦੇ ਅਸੀਂ ਵੱਡੇ ਹਾਂ, ਮੁਸਲਮਾਨ ਕਹਿੰਦੇ ਅਸੀਂ ਵੱਡੇ ਹਾਂ। ਆਪ ਦੱਸੋ ਪਾਤਸ਼ਾਹ ਜੀ ਦੋਵਾਂ ਤੋਂ ਚੰਗਾ ਕੌਣ ਹੈ? ਉੱਤਰ ਦੇਹੋ ਪੀਰ ਮਤੋਂ ਦੀਰਘ। ਤੁਸੀਂ ਪਾਤਸ਼ਾਹ ਜੀ ਵੱਡੇ ਪੀਰ ਪੈਗੰਬਰ ਹੋ, ਖੁਦਾ ਨੂੰ ਮੰਨਣ ਵਾਲੇ ਹੋ। ਤੁਸੀਂ ਮੇਰੇ ਇਸ ਸੰਸ਼ੇ ਦਾ ਉੱਤਰ ਦੇਣਾ ਕਰੋ ਜੀ। ਜਿਸ ਤੇ ਮਮ ਖਾਤਰ ਹੋਏ ਜਾਏ। ਜਿਸ ਤੁਹਾਡੇ ਬਚਨ ਤੋਂ ਮੇਰੀ ਤਸੱਲੀ ਹੋ ਜਾਵੇ, ਮੈਂ ਰੀਝ ਜਾਵਾਂ, ਮੇਰੇ ਮਨ ਦਾ ਸ਼ੰਕਾ ਨਾਸ਼ ਹੋ ਜਾਵੇ ਜੀ। ਸੁਣ ਹਜ਼ਰਤ ਤੇ ਸਤਿਗੁਰ ਅਰਜਨ। ਤੋ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਹਾਂਗੀਰ ਬਾਦਸ਼ਾਹ ਤੋਂ ਕਹੈ ਜਵਾਬ ਕੋ ਸ਼ਬਦ ਸੁਨਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਖਾਲਸਾ ਜੀ ਫਿਰ ਇੱਕ ਸ਼ਬਦ ਸੁਣਾਇਆ ਬਾਦਸ਼ਾਹ ਜਹਾਂਗੀਰ ਨੂੰ। ਦੱਸਦੇ ਆ ਪਾਤਸ਼ਾਹ ਕਿ ਮੁਸਲਮਾਨ ਵੱਡਾ ਹੈ ਕਿ ਹਿੰਦੂ ਵੱਡਾ ਹੈ। ਸ੍ਰੀ ਮੁਖਵਾਕ ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਬਚਨ ਉਚਾਰਨ ਕਰਦੇ ਐ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਆਹੇ ਜਹਾਂਗੀਰ ਬਾਦਸ਼ਾਹ, ਹਿੰਦੂ ਵੱਡਾ ਕਿ ਮੁਸਲਮਾਨ? ਕੋਈ ਰਾਮ ਰਾਮ, ਹਿੰਦੂ ਰਾਮ ਰਾਮ ਕਰਦੇ ਐ। ਕੋਈ ਖੁਦਾਏ, ਮੁਸਲਮਾਨ ਖੁਦਾ ਖੁਦਾ ਅੱਲਾ ਅੱਲਾ ਕਰਦੇ ਹਨ। ਕੋਈ ਸੇਵੈ ਗੁਸਾਈਆਂ। ਕੋਈ ਗੁਸਾਈਆਂ, ਉਹ ਸਾਈਂ ਪਰਮੇਸ਼ਰ ਅਕਾਲ ਪੁਰਖ ਨੂੰ ਸੇਵਦਾ, ਅੱਲਾ ਨੂੰ ਸੇਵਦਾ ਹੈ। ਕੋਈ ਅੱਲਾਹੇ। ਕੋਈ ਅੱਲਾ ਅੱਲਾ ਕਰਕੇ ਪੁਕਾਰਦਾ। ਕੋਈ ਰਾਮ ਰਾਮ, ਜਾਂ ਹਿੰਦੂ ਰਾਮ ਰਾਮ ਕਹਿੰਦੇ ਐ, ਮੁਸਲਮਾਨ ਅੱਲਾ ਖੁਦਾ ਕਹਿੰਦੇ ਐ, ਤੇ ਹਿੰਦੂ ਸਾਈਂ ਸਾਈਂ ਗੁਸਾਈ ਮਿਹਰਬਾਨ ਕਹਿੰਦੇ ਹਨ। ਕਾਰਨ ਕਰਨ ਕਰੀਮ। ਹਿੰਦੂ ਕਹਿੰਦੇ ਆ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਉਹ ਰਾਮ ਹੈ, ਤੇ ਮੁਸਲਮਾਨ ਉਸੇ ਨੂੰ ਕਰੀਮ ਕਹੀ ਜਾਂਦੇ ਆ। ਇੱਕੋ ਹੀ ਪਰਮੇਸ਼ਰ ਹੈ ਜਹਾਂਗੀਰ। ਮੁਸਲਮਾਨ ਉਸ ਨੂੰ ਕਰੀਮ ਕਹਿੰਦੇ ਆ, ਵੀ ਸਾਰੇ ਸਭ ਕੁਝ ਕਰਨ ਵਾਲਾ ਉਹਦਾ ਨਾਮ ਕਰੀਮ ਰੱਖਿਆ ਹੋਇਆ ਮੁਸਲਮਾਨਾਂ ਨੇ, ਤੇ ਹਿੰਦੂਆਂ ਨੇ ਉਹਦਾ ਨਾਮ ਕਰਨ ਕਾਰਨ ਰੱਖਿਆ ਹੋਇਆ, ਵੀ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ। ਕਿਰਪਾ ਧਾਰ ਰਹੀਮ। ਹਿੰਦੂ ਕਹਿੰਦੇ ਉਹ ਕਿਰਪਾ ਦੇ ਕਰਨ ਵਾਲਾ ਕਰੁਣਾਮੈ ਹੈ, ਕਿਰਪਾਲੂ ਹੈ, ਉਹਦਾ ਨਾਮ ਕਿਰਪਾ ਧਾਰ ਰੱਖਿਆ ਹਿੰਦੂਆਂ ਨੇ, ਤੇ ਮੁਸਲਮਾਨਾਂ ਨੇ ਉਹਦਾ ਨਾਮ ਰਹੀਮ ਰੱਖਿਆ ਹੋਇਆ, ਵੀ ਉਹ ਰਹਿਮ ਕਰਨ ਵਾਲਾ ਹੈ। ਰਹਾਉ ਵਿਸ਼ਰਾਮ ਬਖਸ਼ਿਸ਼ ਕਰਦੇ ਐ। ਕੋਈ ਨਾਵੈ ਤੀਰਥ। ਇਹ ਹਿੰਦੂ ਤੀਰਥ ਨਹਾ ਰਹੇ ਐ, ਤਰਬੈਣੀ ਰਾਗ ਦਾ ਇਸ਼ਨਾਨ ਕਰਦੇ ਐ, ਬਦਰੀਨਾਥ ਕੇਦਾਰਨਾਥ ਇਸ ਤਰ੍ਹਾਂ 68 ਤੀਰਥਾਂ ਦਾ ਇਸ਼ਨਾਨ ਕਰਦੇ ਹਿੰਦੂ ਲੋਕ। ਕੋਈ ਹਜ ਜਾਏ। ਤੇ ਕੋਈ ਮੁਸਲਮਾਨ ਜਿਹੜੇ ਐ ਉਹ ਹੱਜ ਜਾਂਦੇ ਆ, ਯਾਤਰਾ ਜਾਂਦੇ ਕਾਬੇ ਦੀ, ਮੱਕੇ ਮਦੀਨੇ ਦੀ। ਉਹ ਪਰਮੇਸ਼ਰ ਨੂੰ ਅੱਲਾ ਨੂੰ ਯਾਦ ਕਰਦੇ ਹੋਏ ਹੱਜ ਤੁਰੇ ਜਾਂਦੇ ਐ। ਹਿੰਦੂ ਰਾਮ ਨੂੰ ਯਾਦ ਕਰਦੇ ਹੋਏ ਤੀਰਥ ਨਹਾਈ ਜਾਂਦੇ ਹਨ। ਕੋਈ ਕਰੈ ਪੂਜਾ। ਕੋਈ ਹਿੰਦੂ ਪੂਜਾ ਕਰ ਰਿਹਾ ਹੈ ਉਸ ਪਰਮੇਸ਼ਰ ਦੀ 16 ਪ੍ਰਕਾਰ ਦੀ। ਕੋਈ ਸਿਰ ਨਿਵਾਏ। ਤੇ ਮੁਸਲਮਾਨ ਸਿਰ ਨਿਵਾ ਰਹੇ ਆ ਨਮਾਜ਼ਾਂ ਪੜ ਪੜ ਕੇ। ਕੋਈ ਪੜੈ ਵੇਦ। ਕੋਈ ਹਿੰਦੂ ਜਿਹੜੇ ਉਹ 4 ਵੇਦ ਪੜ ਰਹੇ ਹਨ। ਕੋਈ ਕਤੇਬ। ਤੇ ਮੁਸਲਮਾਨ ਕੋਈ ਜਿਹੜੇ ਉਹ 4 ਕਿਤਾਬਾਂ ਅੰਜੀਲ ਤੇ ਕੁਰਾਨ ਆਦਿਕ ਪੜ ਰਹੇ ਹਨ। ਕੋਈ ਓਢੈ ਨੀਲ। ਮੁਸਲਮਾਨ ਜਿਹੜੇ ਆ ਉਹ ਜਦੋਂ ਯਾਤਰਾ ਜਾਂਦੇ ਆ, ਹਜ ਜਾਂਦੇ ਆ, ਨੀਲੇ ਵਸਤਰ ਪਹਿਨ ਲੈਂਦੇ ਹਨ। ਕੋਈ ਸੁਪੇਦ। ਤੇ ਹਿੰਦੂ ਜਿਹੜਾ ਸ਼ਾਂਤੀ ਦਾ ਜਾਣ ਕੇ ਪ੍ਰਤੀਕ ਸਤੋਗੁਣੀ ਜਾਣ ਕੇ ਸਫੈਦ ਪਹਿਨ ਰਹੇ ਹਨ। ਕੋਈ ਕਹੈ ਤੁਰਕ। ਕੋਈ ਕਹਿੰਦਾ ਮੈਂ ਤੁਰਕ ਹਾਂ,
ਆਪਦੇ ਆਪ ਨੂੰ ਤੁਰਕ ਕਹਾਉਂਦਾ ਹੈ। ਕੋਈ ਕਹੈ ਹਿੰਦੂ, ਕੋਈ ਆਪਦੇ ਆਪ ਨੂੰ ਹਿੰਦੂ ਕਹਾ ਰਿਹਾ ਹੈ। ਕੋਈ ਬਾਛੈ ਪਿਸਤ, ਤੇ ਕੋਈ ਜਿਹੜੇ ਮੁਸਲਮਾਨ ਹੈ ਉਹ ਪਿਸਤ ਮੰਗਦੇ ਆ, ਭਾਵ ਵੀ ਸਵਰਗ ਦਾ ਉਹਨਾਂ ਨਾਮ ਪਿਸਤ ਰੱਖਿਆ ਹੋਇਆ। ਸੱਚਖੰਡ ਦਾ ਨਾਮ ਮੁਸਲਮਾਨਾਂ ਨੇ ਪਿਸਤ ਰੱਖਿਆ ਹੋਇਆ ਤੇ ਹਜ ਕਰਦੇ ਆ, ਇਸੇ ਤਰ੍ਹਾਂ ਨਮਾਜ਼ ਪੜ੍ਹਦੇ ਆ ਤੇ ਰੋਜ਼ਾ ਕਰਦੇ ਆ, ਭਿਸਤ ਦੀ ਇੱਛਾ ਰੱਖਦੇ ਹਨ। ਕੋਈ ਸੁਰਗਿੰਦੂ, ਤੇ ਕੁਝ ਜਿਹੜੇ ਹਿੰਦੂ ਹੈ ਉਹ ਸੁਰਗਿੰਦੂ ਕਹੀਏ ਸੁਰਗਾਂ ਦੀ ਇੱਛਾ ਰੱਖਦੇ ਆ। ਉਹਨਾਂ ਨੇ ਸੱਚਖੰਡ ਦਾ ਨਾਮ ਸੁਰਗ ਰੱਖਿਆ, ਅੱਲਾ ਵਾਹਿਗੁਰੂ ਰਾਮ ਦੇ ਘਰ ਦਾ ਨਾਮ ਉਹਨਾਂ ਮੁਸਲਮਾਨਾਂ ਨੇ ਰੱਖਿਆ ਹੋਇਆ ਉਹਦਾ ਨਾਮ ਭਿਸਤ, ਤੇ ਹਿੰਦੂਆਂ ਨੇ ਉਸ ਦਾ ਨਾਮ ਸਵਰਗ ਰੱਖਿਆ ਹੋਇਆ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ। ਉਹ ਬਾਦਸ਼ਾਹ ਜਹਾਂਗੀਰ ਕਹਿੰਦਾ ਮਹਾਰਾਜ ਫਿਰ ਤੁਸੀਂ ਦੱਸੋ ਚੰਗਾ ਕਿਹੜਾ ਹੈ, ਤੁਸੀਂ ਬਰਾਬਰ ਹੀ ਤੋੜ ਰਹੇ ਹੋ ਸਾਰਿਆਂ ਨੂੰ ਵੀ ਅੱਲਾ ਤੁਹਾਡੇ ਹਿਸਾਬ ਨਾਲ ਅੱਲਾ ਤੇ ਰਾਮ ਇੱਕੋ ਹੀ ਹੈ। ਮਹਾਰਾਜ ਕਹਿੰਦੇ ਭਾਈ ਇੱਕੋ ਹੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸਿਵਾ ਗੁਸਾਈਆਂ, ਕੋਈ ਅੱਲਾ ਹੈ। ਤੋ ਬਾਦਸ਼ਾਹ ਜਾ ਕਰ ਕਹਿੰਦਾ ਮਹਾਰਾਜ ਫਿਰ ਤੁਹਾਡਾ ਕੀ ਮਤ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ। ਗਰੀਬ ਨਵਾਜ ਫਿਰ ਕਹਿੰਦੇ ਜਹਾਂਗੀਰ ਬਾਦਸ਼ਾਹ ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਨ੍ਹਾਂ ਨੇ ਉਸ ਖਸਮ ਦਾ ਚਾਹੇ ਉਹਨੂੰ ਅੱਲਾ ਕਹਿ ਕੇ ਪੁਕਾਰੋ, ਚਾਹੇ ਕੋਈ ਉਹਨੂੰ ਰਾਮ ਕਹਿ ਕੇ ਪੁਕਾਰੇ, ਪਰ ਉਹਦਾ ਹੁਕਮ ਮੰਨੇ, ਜਿਹੜਾ ਉਸ ਅਕਾਲ ਪੁਰਖ ਪਰਮੇਸ਼ਰ ਦਾ ਬਚਨ ਮੰਨਦਾ ਹੈ, ਉਸ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਭਾਣੇ ਵਿੱਚ ਰਹਿਣਾ ਜਿਹਨੂੰ ਆਉਂਦਾ ਹੈ, ਜਿਸ ਨੇ ਉਸ ਅੱਲਾ ਦਾ ਖਸਮ ਦਾ ਹੁਕਮ ਪਛਾਤਾ ਹੈ, ਪਛਾਣਿਆ ਹੈ। ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਸੱਚਮੁੱਚ ਜਾਣੇ ਤਾਂ ਬਾਦਸ਼ਾਹ ਜਹਾਂਗੀਰ ਵਾਸਤਵ ਦੇ ਵਿੱਚ ਅੱਲਾ ਕਹੋ ਰਾਮ ਕਹੋ, ਪਰ ਰਾਮ ਤੇ ਅੱਲਾ ਨੂੰ ਉਹਨੇ ਜਾਣਿਆ ਹੈ ਜਿਨੇ ਉਸ ਅੱਲਾ ਪਰਮੇਸ਼ਰ ਦਾ ਹੁਕਮ ਪਛਾਣਿਆ ਹੈ। ਅੱਲਾ ਹੋਵੇ ਰਾਮ ਹੋਵੇ ਇੱਕੋ ਹੀ ਹੈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੀ ਹੈ ਬਾਦਸ਼ਾਹ ਜਹਾਂਗੀਰ। ਉਹੀ ਰਾਮ ਹੈ, ਉਹੀ ਅੱਲਾ ਹੈ, ਉਹੀ ਖੁਦਾ ਹੈ, ਉਹੀ ਗੁਸਾਈ ਹੈ, ਉਹੀ ਪ੍ਰਭੂ ਹੈ, ਉਹੀ ਸਾਹਿਬ ਹੈ, ਉਹੀ ਕਰਨ ਕਾਰਨ ਹੈ, ਉਹੀ ਕਰੀਮ ਹੈ, ਉਹੀ ਰਹੀਮ ਹੈ। ਇਸ ਕਰਕੇ ਪ੍ਰਾਪਤੀ ਉਹਨੂੰ ਹੈ, ਅੱਲਾ ਪਰਮੇਸ਼ਰ ਖੁਸ਼ ਉਹਦੇ ਤੇ ਹੈ। ਹਿੰਦੂ ਵੱਡਾ ਕਿ ਮੁਸਲਮਾਨ, ਮੁਸਲਮਾਨ ਵੱਡਾ ਕਿ ਹਿੰਦੂ, ਉਹ ਵੱਡਾ ਹੈ। ਕਹੋ ਨਾਨਕ ਜਿਹਨੂੰ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨੇ ਪਰਮੇਸ਼ਰ ਦਾ ਹੁਕਮ ਪਛਾਣਿਆ ਉਸੇ ਨੇ ਜਿਨ ਹਰ ਪਾਇਓ ਤਿਨਹ ਛਪਾਇਓ। ਕਹੋ ਨਾਨਕ ਸੁਨ ਲੇਹੋ ਸਭੈ। ਤੋ ਗਰੀਬ ਨਵਾਜ ਕਹੋ ਨਾਨਕ ਜਿਹਨੂੰ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨ੍ਹਾਂ ਨੇ ਪਰਮੇਸ਼ਰ ਦਾ ਹੁਕਮ ਪਛਾਣਿਆ ਭਾਈ ਜਹਾਂਗੀਰ ਬਾਦਸ਼ਾਹ ਅਸਲ ਵਿੱਚ ਉਹੀ ਵੱਡਾ ਹੈ, ਨਾ ਹਿੰਦੂ ਵੱਡਾ ਹੈ ਨਾ ਮੁਸਲਮਾਨ। ਤੋ ਸਾਧ ਸੰਗਤ ਜੀ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹਦੀ ਨਿਸ਼ਾ ਵਾਸਤੇ ਬਚਨ ਉਚਾਰੇ ਸਨ। ਫਿਰ ਬਾਦਸ਼ਾਹ ਜਹਾਂਗੀਰ ਨੇ ਫਿਰ ਨਿਰਣਾ ਵਾਸਤੇ ਪੁੱਛਿਆ ਸੀ। ਇੱਕ ਬਚਨ ਮਹਾਰਾਜ ਨੇ ਇੱਥੇ ਹੋਰ ਉਚਾਰਨਾ ਕੀਤਾ ਸੀ ਬਾਦਸ਼ਾਹ ਜਹਾਂਗੀਰ ਵਾਸਤੇ ਵੀ ਮਹਾਰਾਜ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਮਨ ਤੇ ਧੋਵੈ। ਮਹਾਰਾਜ ਕਹਿੰਦੇ ਇਹ ਕਹਿੰਦਾ ਮਹਾਰਾਜ ਮੁਸਲਮਾਨ ਕੌਣ ਹੈ? ਗਰੀਬ ਨਵਾਜ ਕਹਿੰਦੇ ਬਾਦਸ਼ਾਹ ਮੁਸਲਮਾਨ ਉਹ ਹੈ ਜਿਹਦਾ ਦਿਲ ਮੋਮ ਵਰਗਾ ਹੋਵੇ, ਨਿਰਦਈ ਨਾ ਹੋਵੇ। ਜਿਹੜਾ ਜ਼ੁਲਮ ਕਰਦਾ ਉਹ ਕਾਹਦਾ ਮੁਸਲਮਾਨ ਹੈ? ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਮਨ ਤੇ ਧੋਵੈ। ਜਿਹਨੇ ਆਪਦੇ ਮਨ ਦੀ ਮੈਲ ਧੋਤੀ ਹੋਵੇ, ਅੰਦਰਲੀ ਮੈਲ ਮਨੋਂ ਧੋਤੀ, ਉਹ ਮੁਸਲਮਾਨ ਹੈ। ਹਿੰਦੂ ਵੀ ਉਹ ਹੈ ਜਿਹੜਾ ਉਸ ਰਾਮ ਪ੍ਰਭੂ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲਾ ਹੈ, ਫਿਰਕਾ ਪ੍ਰਸਤੀ ਵਿੱਚ ਨਹੀਂ ਪੈਣ ਵਾਲਾ, ਸਭ ਦਾ ਸਤਿਕਾਰ ਕਰਨ ਵਾਲਾ ਹੈ, ਸਭ ਵਿੱਚ ਇੱਕ ਪਰਮੇਸ਼ਰ ਨੂੰ ਵੇਖਣ ਵਾਲਾ ਹੈ। ਉਹੀ ਹਿੰਦੂ ਸੱਚਾ ਹੈ, ਚਾਹੇ ਕੋਈ 68 ਤੀਰਥਾਂ ਤੇ ਨਹਾਈ ਜਾਵੇ। ਤੋ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਨਾ ਕਦੇ ਹਿੰਦੂ ਨੂੰ ਮਾੜਾ ਆਖਿਆ, ਨਾ ਸੱਚੇ ਪਾਤਸ਼ਾਹ ਦੇ ਘਰ ਨੇ ਕਦੇ ਮੁਸਲਮਾਨ ਨੂੰ ਮਾੜਾ ਆਖਿਆ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਉਹ ਮੁਸਲਮਾਨ ਸੱਚਾ ਹੈ ਖਾਲਸਾ ਜੀ, ਜਿਹੜਾ ਸਾਰਿਆਂ ਦੇ ਵਿੱਚ ਅੱਲਾ ਨੂੰ ਵੇਖੇ। ਉਹ ਹਿੰਦੂ ਵੀ ਸੱਚਾ ਹੈ, ਉਹ ਜਿਹੜਾ ਰਾਮ ਨੂੰ ਪ੍ਰੇਮ ਕਰਨ ਵਾਲਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਜਿਹੜਾ ਇਹ ਸ਼ਬਦ ਉਚਾਰਨ ਕੀਤਾ ਸੀ, ਇਹਦਾ ਕੁਝ ਖੁਲਾਸਾ ਜਿਹੜਾ ਹੈ ਉਹ ਕਵੀ ਸੰਤੋਖ ਸਿੰਘ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਮੁਖਾਰ ਬਿੰਦ ਤੋਂ ਕਹਾਉਣਗੇ। ਜਿਵੇਂ ਉਹ ਸਾਰਾ ਆਪਾਂ ਕੁਝ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਇੱਥੇ ਸਮਾਪਤੀ ਹੈ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਜਿਵੇਂ ਅੱਗੇ ਫਿਰ ਚੰਦੂ ਪਾਪੀ ਨੇ ਸੱਚੇ ਪਾਤਸ਼ਾਹ ਸਾਹਿਬ ਮਹਾਰਾਜ ਜੀ ਨੂੰ ਆਪਣੇ ਹਵੇਲੀ ਵਿੱਚ ਲੈ ਗਿਆ ਸੀ ਬਹਾਨੇ ਦੇ ਨਾਲ ਕਿ ਬਾਦਸ਼ਾਹ ਮੈਂ ਇਹਨਾਂ ਦੀ ਸੇਵਾ ਕਰਾਂ। ਬਾਦਸ਼ਾਹ ਜਹਾਂਗੀਰ ਨੂੰ ਦਿੱਲੀ ਨੂੰ ਤੋਰ ਦਿੱਤਾ ਤੇ ਆਪ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪਣੀ ਹਵੇਲੀ ਵਿੱਚ ਕੈਦ ਕਰਕੇ
ਪੰਜਾਂ ਸਿੱਖਾਂ ਨੂੰ ਡਿਉੜੀ ਵਿੱਚ ਕੈਦ ਕੀਤਾ ਤੇ ਫਿਰ ਜਿਵੇਂ ਮਹਾਰਾਜ ਨੂੰ ਤਸੀਹੇ ਦਿੰਦਾ ਰਿਹਾ, ਤੱਤਾ ਜਲ ਮਹਾਰਾਜ ਨੂੰ ਦੇਗੇ ਵਿੱਚ ਉਬਾਲਣਾ, ਸੀਸ ਵਿੱਚ ਰੇਤਾ ਪਾਉਣਾ ਗਰਮ ਕਰ ਕਰਕੇ ਤੇ ਤੱਤੀ ਤਵੀ ਤੇ ਬਿਠਾਉਣਾ, ਉਹ ਪ੍ਰਸੰਗ ਅਗਲੇ ਦੀਵਾਨ ਵਿੱਚ ਜਿਵੇਂ ਸ਼ੁਰੂ ਹੋਣਗੇ ਆਪਾਂ ਸ਼ਰਵਣ ਕਰਾਂਗੇ। ਇੱਥੇ ਸਮਾਪਤੀ ਹੈ ਭਾਈ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।